भई अकाल की, कब चलायो पंथ, सब सिखन को हुक्म है, गुरु मानियो। सिख विरसा, सिख विरसा जान है साडी, इस नूं सारे प्यार करो। गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहू ना जाने मेरा। आद गुरु है ना मैं, जुगाद गुरु है ना मैं, वो सतगुरु है ना मैं, श्री गुरुदेव ना मैं। .3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ। ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਨ ਹੈ 12 ਹਾੜ ਸੰਮਤ 554 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 26 ਜੂਨ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਆਓ ਚੱਲਦੇ ਹਾਂ, ਆਪਣੀ ਹਾਜ਼ਰੀ ਲਗਵਾਉਂਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ।
ਪ੍ਰਭ ਸਭ ਕਿਛ ਤੇਰਾ स्वामी मेरा आनंद गुणी निधा आनंद गुणी निधा गुरु गरीब नवाज गुरु गरीब नवाज गुरु गरीब नवाज हर जस रे मन गाए ले 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 नो संगी संगी है तेरो अवसर बीते जात में अवसर बीते जात में कहे ओ मान मेरो अवसर बीते जात है कहे ओ मान मेरो कहे ओ मान मेरो हर जस रे मन गाए ले हर जस रे मन गाए ले संपत रथ तन राज स्यो संपत रथ तन राज स्यो आत्मे हो लगायो ने हो लगायो संपत रथ तन राज स्यो संपत रथ तन राज स्यो अपने हो लगायो अपने हो लगायो काल पाप जब गल परी
ਸਭ ਭਇਓ ਪਰਾਵੋ ਸੰਪਤ ਰਖ ਧਨ ਰਾਜ ਸਿਓ ਅਤ ਦੇਹੋ ਜਗਾਓ ਕਾਲ ਪਾਸ ਜਬ ਗਲ ਪਰੀ ਕਾਲ ਪਾਸ ਜਬ ਗਲ ਪਰੀ ਸਭ ਭਇਓ ਪਰਾਇਓ ਕਾਲ ਪਾਸ ਜਬ ਗਲ ਪਰੀ ਸਭ ਭਇਓ ਪਰਾਇਓ ਸਭ ਭਇਓ ਪਰਾਇਓ ਹਰਿ ਜਸ ਰੇ ਮਨ ਗਾਏ ਲੈ ਹਰਿ ਜਸ ਰੇ ਮਨ ਗਾਏ ਲੈ ਜਾਨ ਬੂਝ ਕੇ ਬਾਵਰੇ ਜਾਨ ਬੂਝ ਕੇ ਜਾਨ ਜਾਨ ਬੂਝ ਕੇ ਬਾਵਰੀ ਤੈਂ ਕਾਜ ਬਿਗਾੜਿਓ ਪਾਪ ਕਰਤ ਸੁਖ ਚੋ ਨਹੀਂ ਨੇ ਗਰਭ ਨਿਵਾਰਿਓ ਮਨ ਜਾਣਤ ਹੀ ਸਭ ਬਾਤ ਜਾਣਤ ਹੀ ਔਗੁਣ ਕਰੇ ਕਹੇ ਕੀ ਕੁਸਲਾਤ ਹਾਥ ਦੀਪ ਕੁਏਂ ਭਰੀ ਜਾਨ ਬੂਝ ਕੇ ਬਾਵਰੇ ਜਾਨ ਬੂਝ ਕੇ ਬਾਵਰੇ ਤੈਂ ਕਾਜ ਬਿਗਾੜਿਓ ਪਾਪ ਕਰਤ ਸੁਖ ਚੋ ਨਹੀਂ ਪਾਪ ਕਰਤ ਸੁਖ ਚੋ ਨਹੀਂ ਨਹਿ ਕਰਤ ਨਿਵਾਰਿਓ ਪਾਪ ਕਰਤ ਸੁਖ ਚੋ ਨਹੀਂ ਨਹਿ ਗਰਭ ਨਿਵਾਰਿਓ ਨਹਿ ਗਰਭ ਨਿਵਾਰਿਓ ਹਰਿ ਜਸ ਰੇ ਮਨ ਗਾਏ ਲੈ ਹਰਿ ਜਸ ਰੇ ਮਨ ਗਾਏ ਲੈ ਜਿਹ ਬਿਦ ਗੁਰ ਉਪਦੇਸ ਰਾਮ ਜਿਹ ਬਿਦ ਗੁਰ ਉਪਦੇਸ ਰਾਮ
ਸੋ ਸੁਨ ਰੇ ਭਾਈਏ, ਨਾਨਕ ਕਹਿਤ ਪੁਕਾਰ ਕੈ, ਕਹੋ ਪ੍ਰਭ ਸ਼ਰਣਾਈ। ਜਿਹ ਬਿਦ ਗੁਰ ਉਪਦੇਸੜਾ, ਜਿਹ ਬਿਦ ਗੁਰ ਉਪਦੇਸਿਆ, ਸੋ ਸੁਨ ਰੇ ਭਾਈ। ਵਣਜ ਕਰੋ ਵਣਜਾਰਿਓ, ਵਕਰ ਲਿਹੋ ਸਮਾ, ऐसी वस्तु साही है जैसी निभै नाम। अगे साहू सुजान में लैसी वस्तु समा, भाई रे भाई रे राम कहो चितराय। हर जस वक्त ले चलो, सौ दिखे पति आए। ये विद गुर उपदेसया, ये विद गुर उपदेसया, सो सुन रे भाई। त्रिदा बुरे दा भला कर, गुस्सा मन ना हंडाए। सो सुन रे भाई, जिह बिद गुर उपदेसिया, त्रिदा बुरे दा भला कर, गुस्सा मन ना हुंडाए। देही रोग ना लगई, पल्ले सब किश पाए। जे बिद गुर उपदेसिया, सो सुन रे भाई। गुर सिख मीत चलो गुर चाली, जो गुर कहे, जो गुर कहे सोई फल मानो। हर हर कथा निराली, सो सुन रे भाई। जिह बिद गुर उपदेसिया, जिह बिद गुर उपदेसिया, सो सुन रे भाई। नानक कहत पुकार के, नानक कहत पुकार के, बहु प्रभ शरणाई। नानक कहत पुकार के, बहु प्रभ शरणाई। बहु प्रभ शरणाई। हर जस रे मन गाए ले, हर जस रे मन गाए ले। वो संगी है तेरो, जो संगी है तेरो। औस बीते उदास
जह बीत जह जन्म अकाज रे अवसर बीतियो जात है बीत जह जन्म अकाज रे माया को संग त्याग प्रभु जू की शरण ला जब सुख मान मिथिया झूठो सब साज है अवसर बीतियो जात है औद कटे दिन सिरे नारे मन गुर मिल काज सुवारे अवसर बीतियो जात है जो दिन आवे सो दिन जाही करना कूच रैन फिरना ही संग चलत है हम भी चलना दूर गगन सिर ऊपर मरना क्या तू सोया जाग ई जाना तै जीवन जग सच कर जाना अवसर बीतियो जात है अवसर बीतियो जात है अवसर बीतियो जात है कहे मान ले मेरो कहे मान ले मेरो हर जस रे मन गाए ले हर जस रे मन गाए ले हर जस रे मन गाए ले। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਤਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੈ
ਹਰ ਜੀਓ ਕਿਰਪਾ ਕਰੇ, ਤਾਂ ਨਾਮ ਧਿਆਈਐ ਜੀਓ। ਅੰਦਰ ਸਾਚਾ ਨੇਹੋ, ਪੂਰੇ ਸਤਿਗੁਰੈ ਜੀਓ। ਹਉ ਤਿਸ ਸੇਵੀ ਦਿਨ ਰਾਤ, ਮੈਂ ਕਦੇ ਨਾ ਵਿਸਰੈ ਜੀਓ। ਕਦੇ ਨਾ ਵਿਸਾਰੀ ਅਨ ਦਿਨ ਸੰਭਾਰੀ, ਜਾਂ ਨਾਮ ਲਈ ਤਾ ਜੀਵਾ। ਸ਼੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ, ਗੁਰਮੁਖ ਅੰਮ੍ਰਿਤ ਪੀਵਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਅਨ ਦਿਨ ਵਿਵੇਕ ਬੁੱਧ ਵਿਚਰੈ। ਅੰਦਰ ਸਾਚਾ ਨੇਹੋ, ਪੂਰੇ ਸਤਿਗੁਰੈ। ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੈ ਜੀਓ। ਅਨ ਦਿਨ ਰਹੈ ਲਿਵ ਲਾਏ, ਤਾਂ ਸਹਿਜ ਸਮਾਵੈ ਜੀਓ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ। ਹਲਤ ਪਲਤ ਸੋਭਾ ਜਗ ਅੰਤਰ, RAM ਨਾਮ ਲਿਵ ਲਾਗੀ। ਹਰਖ ਸੋਗ ਦੁਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੈ। ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੈ ਜੀਓ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜੀਓ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁਖ ਮੋਹਿਆ ਜੀਓ। ਮਾਇਆ ਦੁਖ ਮੋਹਿਆ ਹਉ ਮੈਂ ਰੋਹਿਆ, ਮੇਰੀ ਮੇਰੀ ਕਰਤ ਵਿਹਾਵੈ। ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਅੰਤ ਗਿਆ ਪਛਤਾਵੈ। ਬਿਨ ਨਾਵੈ ਕੋ ਸਾਥ ਨ ਚਾਲੈ, ਪੁੱਤਰ ਕਲੱਤਰ ਮਾਇਆ ਧੋਹਿਆ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜੀਓ। ਕਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਇਆ ਜੀਓ। ਸਦਾ ਰਹੈ ਕਰ ਜੋੜ, ਪ੍ਰਭ ਮਨ ਭਾਇਆ ਜੀਓ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਅਨ ਦਿਨ ਜਪਤ ਰਹੈ ਦਿਨ ਰਾਤੀ,
ਸਹਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲੇਹੁ ਮਿਲਾਏ ਮਹਿਲ ਹਰ ਪਾਵੈ ਜੀਓ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲੇਹੁ ਮਿਲਾਏ ਮਹਿਲ ਹਰ ਪਾਵੈ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਾਸਰੀ ਛੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ। ਅੱਜ ਦਾ ਹੁਕਮਨਾਮਾ ਰਾਗ ਧਨਾਸਰੀ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 690 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਵਿਆਖਿਆ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੇ ਭਾਈ, ਜੇ ਪ੍ਰਮਾਤਮਾ ਆਪ ਕਿਰਪਾ ਕਰੇ ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੇ ਗੁਰੂ ਮਿਲ ਪਏ ਤਾਂ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਹੋ ਕੇ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ। ਪ੍ਰਮਾਤਮਾ ਦੇ ਗੁਣ ਗਾ ਕੇ ਮਨੁੱਖ ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, ਪਰ ਇਹ ਤਦੋਂ ਹੀ ਹੋ ਸਕਦਾ ਹੈ ਜਦੋਂ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਆਪ ਇਹ ਮਿਹਰ ਕਰਨੀ ਪਸੰਦ ਆਵੇ। ਗੁਣ ਗਾਣ ਦੀ ਬਰਕਤ ਦੇ ਨਾਲ ਮਨੁੱਖ ਅਹੰਕਾਰ, ਹਉਮੈ, ਮਾਇਆ ਦਾ ਤੇ ਮੋਹ ਦਾ ਤਿਆਗ ਕਰ ਦਿੰਦਾ ਹੈ ਅਤੇ ਆਤਮਿਕ ਅਡੋਲਤਾ ਦੇ ਵਿੱਚ ਹਰੀ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ। ਨਾਮ ਸਿਮਰਨ ਦੀ ਦਾਤ ਉਹ ਪਰਮਾਤਮਾ ਆਪ ਹੀ ਦਿੰਦਾ ਹੈ। ਜਦੋਂ ਉਹ ਇਹ ਦਾਤ ਦਿੰਦਾ ਹੈ ਤਦੋਂ ਹੀ ਮਿਲਦੀ ਹੈ। ਹੇ ਭਾਈ, ਪਰਮਾਤਮਾ ਕਿਰਪਾ ਕਰੇ ਤਾਂ ਹੀ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਹੇ ਭਾਈ, ਪੂਰੇ ਗੁਰੂ ਦੀ ਰਾਹੀਂ ਮੇਰੇ ਮਨ ਵਿੱਚ ਪਰਮਾਤਮਾ ਨਾਲ ਸਦਾ ਥਿਰਨ ਵਾਲਾ ਪਿਆਰ ਬਣ ਗਿਆ ਹੈ। ਗੁਰੂ ਦੀ ਕਿਰਪਾ ਦੇ ਨਾਲ ਮੈਂ ਉਸ ਪ੍ਰਭੂ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ। ਮੈਨੂੰ ਉਹ ਕਦੇ ਨਹੀਂ ਭੁੱਲਦਾ। ਮੈਂ ਉਸ ਨੂੰ ਕਦੇ ਭੁਲਾਉਂਦਾ ਨਹੀਂ। ਮੈਂ ਹਰ ਵੇਲੇ ਉਸ ਪ੍ਰਭੂ ਨੂੰ ਹਿਰਦੇ ਦੇ ਵਿੱਚ ਵਸਾਈ ਰੱਖਦਾ ਹਾਂ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ ਤਦੋਂ ਮੈਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। ਜਦੋਂ ਮੈਂ ਆਪਣੇ ਕੰਨਾਂ ਦੇ ਨਾਲ ਹਰੀ ਨਾਮ ਸੁਣਦਾ ਹਾਂ ਤਦੋਂ ਮੇਰਾ ਇਹ ਮਨ ਮਾਇਆ ਵੱਲੋਂ ਰੱਜ ਜਾਂਦਾ ਹੈ। ਹੇ ਭਾਈ, ਮੈਂ ਗੁਰੂ ਦੀ ਸ਼ਰਨ ਪੈ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਰਹਿੰਦਾ ਹਾਂ। ਜਦੋਂ ਪ੍ਰਭੂ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਉਸ ਨੂੰ ਗੁਰੂ ਮਿਲਾਉਂਦਾ ਹੈ। ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲੀ ਅਕਲ ਕੰਮ ਕਰਦੀ ਹੈ। ਹੇ ਭਾਈ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਅੰਦਰ ਪਰਮਾਤਮਾ ਨੇ ਸਦਾ ਕਾਇਮ ਰਹਿਣ ਵਾਲਾ ਜਿਹੜਾ ਹੈ ਪਿਆਰ ਪਰਮਾਤਮਾ ਦੇ ਨਾਲ ਬਣ ਚੁੱਕਾ ਹੈ। ਜਿਸ ਮਨੁੱਖ ਨੂੰ ਵੱਡੀ ਕਿਸਮਤ ਦੇ ਨਾਲ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਉਸ ਨੂੰ
ਪਰਮਾਤਮਾ ਦੇ ਨਾਮ ਦਾ ਸਵਾਦ ਲੱਗਣ ਲੱਗ ਪੈਂਦਾ ਹੈ। ਉਹ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਸੁਰਤ ਜੋੜੀ ਰੱਖਦਾ ਹੈ, ਆਤਮਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ। ਜਦੋਂ ਮਨੁੱਖ ਆਤਮਕ ਅਡੋਲਤਾ ਦੇ ਵਿੱਚ ਲੀਨ ਹੋ ਜਾਂਦਾ ਹੈ, ਤਦੋਂ ਪਰਮਾਤਮਾ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ। ਤਦੋਂ ਮਾਇਆ ਦੇ ਮੋਹ ਤੋਂ ਪਰੇ ਲੰਘ ਜਾਂਦਾ ਹੈ ਤੇ ਨਿਰਲੇਪ ਹੋ ਜਾਂਦਾ ਹੈ। ਇਸ ਲੋਕ ਵਿੱਚ, ਪਰਲੋਕ ਵਿੱਚ, ਸਾਰੇ ਸੰਸਾਰ ਦੇ ਵਿੱਚ ਉਸ ਦੀ ਸੋਭਾ ਹੋਣ ਲੱਗ ਪੈਂਦੀ ਹੈ। ਪਰਮਾਤਮਾ ਦੇ ਨਾਮ ਦੇ ਵਿੱਚ ਉਸ ਦੀ ਲਗਨ ਲੱਗੀ ਰਹਿੰਦੀ ਹੈ। ਉਹ ਮਨੁੱਖ ਖੁਸ਼ੀ ਗਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ। ਪਰ ਜੋ ਕੁਝ ਪਰਮਾਤਮਾ ਕਰਦਾ ਹੈ, ਉਹ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਹੇ ਭਾਈ, ਜਦੋਂ ਵੱਡੀ ਕਿਸਮਤ ਦੇ ਨਾਲ ਕਿਸੇ ਮਨੁੱਖ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਤਦੋਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ। ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਨੇ ਸਦਾ ਆਪਣੀ ਤੱਕ ਦੇ ਵਿੱਚ ਰੱਖਿਆ ਹੋਇਆ ਹੈ। ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ। ਉਹ ਦਿਨ ਰਾਤ ਹਾਏ ਹਾਏ ਕਰਦਾ ਹੈ, ਮਾਇਆ ਦੇ ਦੁੱਖ ਦੇ ਵਿੱਚ ਫਸਿਆ ਰਹਿੰਦਾ ਹੈ। ਉਹ ਸਦਾ ਮਾਇਆ ਦੇ ਦੁੱਖ ਵਿੱਚ ਗਰਸਿਆ ਹੋਇਆ ਹਉਮੈ ਦੇ ਕਾਰਨ ਕ੍ਰੋਧਤ ਹੀ ਰਹਿੰਦਾ ਹੈ। ਉਸ ਦੀ ਸਾਰੀ ਉਮਰ ਮੇਰੀ ਮਾਇਆ ਕਰਦਿਆਂ ਲੰਘ ਜਾਂਦੀ ਹੈ। ਜਿਹੜਾ ਪਰਮਾਤਮਾ ਉਸ ਨੂੰ ਸਭ ਕੁਝ ਦੇ ਰਿਹਾ ਹੈ, ਉਸ ਪਰਮਾਤਮਾ ਨੂੰ ਉਹ ਕਦੇ ਚੇਤੇ ਨਹੀਂ ਕਰਦਾ। ਆਖਰ ਜਦੋਂ ਇੱਥੋਂ ਤੁਰਦਾ ਹੈ ਤਾਂ ਪਛਤਾਉਂਦਾ ਹੈ। ਪੁੱਤਰ ਇਸਤਰੀ ਆਦਿਕ ਹਰੀ ਨਾਮ ਤੋਂ ਬਿਨਾਂ ਕੋਈ ਵੀ ਮਨੁੱਖ ਦੇ ਨਾਲ ਨਹੀਂ ਜਾਂਦਾ। ਦੁਨੀਆ ਦੀ ਮਾਇਆ ਉਸ ਨੂੰ ਛਲ ਲੈਂਦੀ ਹੈ। ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਗ੍ਰਸੀ ਰੱਖਦੀ ਹੈ। ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ। ਹੇ ਹਰੀ, ਜਿਸ ਮਨੁੱਖ ਨੂੰ ਤੂੰ ਆਪਣੀ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। ਹੇ ਭਾਈ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਸਦਾ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ। ਉਸ ਨੂੰ ਆਪਣੇ ਮਨ ਦੇ ਵਿੱਚ ਪ੍ਰਭੂ ਪਿਆਰਾ ਲੱਗਦਾ ਹੈ। ਜਦੋਂ ਮਨੁੱਖ ਨੂੰ ਆਪਣੇ ਮਨ ਦੇ ਵਿੱਚ ਪ੍ਰਭੂ ਪਿਆਰਾ ਲੱਗਦਾ ਹੈ, ਤਦੋਂ ਉਹ ਪ੍ਰਭੂ ਦੀ ਰਜ਼ਾ ਦੇ ਵਿੱਚ ਟਿਕ ਜਾਂਦਾ ਹੈ ਤੇ ਹੁਕਮ ਮੰਨ ਕੇ ਆਤਮਕ ਆਨੰਦ ਮਾਣਦਾ ਹੈ। ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਉਹ ਹਰੀ ਨਾਮ ਸਿਮਰਦਾ ਰਹਿੰਦਾ ਹੈ। ਹੇ ਨਾਨਕ, ਪਰਮਾਤਮਾ ਦਾ ਹਰ ਵੇਲੇ ਨਾਮ ਸਿਮਰਨ ਹੀ ਉਸ ਨੂੰ ਵਡਿਆਈ ਮਿਲੀ ਰਹਿੰਦੀ ਹੈ। ਪਰਮਾਤਮਾ ਦਾ ਨਾਮ ਉਸ ਨੂੰ ਆਪਣੇ ਮਨ ਦੇ ਵਿੱਚ ਪਿਆਰਾ ਲੱਗਦਾ ਹੈ। ਹੇ ਹਰੀ, ਆਪਣੀ ਕਿਰਪਾ ਕਰਕੇ ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। सुन बेनती प्रभु दीन दयाला, सुन बेनती प्रभु दीन दयाला। साध गावै गुण सदा रसाला, साध गावै गुण सदा रसाना। सुन बेनती प्रभु दीन दयाला, से संजोग करो मेरे प्यारे,
संजोग करो मेरे प्यारे, चित रस ना हर नाम उचारे। जित रस ना हर नाम उचारे, सुन बिनती प्रभु दीन दयाला। सुन बिनती प्रभु दीन दयाला। सुही महला पंजवा, से संजोग करो मेरे प्यारे प्यारे। चित रसना हर नाम उचारे। सुन बेनती प्रभ दीन दयाला। साध गावे गुण सदा रसाला रसाला। जीवन रूप सिमरन प्रभु तेरा। जीवन रूप सिमरन प्रभु तेरा। जिस कृपा करे बसे तिसने राम। जिस कृपा करे बसे तिसने राम। सुन बिनती प्रभु दीन दयाला। सुन बिनती प्रभु दीन दयाला। साध गावे गुण सदा रसाला। साध गावे गुण सदा रसाला। सुन बिनती प्रभु दीन दयाला। जन की भूख तेरा नाम आहार। जन की भूख तेरा नाम आहार। तू दाता प्रभु देवनहार। तू दाता प्रभु देवनहार। सुन बेनती प्रभु दीन दयाला। सुन बेनती प्रभु दीन दयाला। साध गावे गुण सदा रसाला। साध गावे गुण सदा रसाला। सुन बिनती प्रभु दीन दयाला। राम रमात संतन सुख माना। राम रमत राम रमत राम रमत
ਸੰਤਨ ਸੁਖ ਮਾਨਾ ਰਾਮ ਰਮਾਤਾ ਸੰਤਨ ਸੁਖ ਮਾਨਾ ਸੁਖ ਮਾਨਾ ਰਾਮ ਰਮਾਤਾ ਸੰਤਨ ਸੁਖ ਮਾਨਾ ਨਾਨਕ ਦੇਵਨ ਹਾਰ ਸੁਜਾਨਾ ਨਾਨਕ ਦੇਵਨ ਹਾਰ ਸੁਜਾਨਾ ਸੁਨ ਬਿਨਤੀ ਪ੍ਰਭ ਦੀਨ ਦਇਆਲਾ ਸੁਨ ਬਿਨਤੀ ਪ੍ਰਭ ਦੀਨ ਦਇਆਲਾ 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 ਸੁਨ ਬਿਨਤੀ ਪ੍ਰਭ ਦੀਨ ਦਇਆਲਾ ਸਾਰੇ ਸਾ ਗਾ ਮ ਗਰੇ ਗਰੇ ਸਾਰੇ ਗਾ ਮ ਪਾ ਦਾ ਨੀ ਦਾ ਨੀ ਸਾ ਨੀ ਸਾ ਸਾਰੇ ਗਾ ਮ ਗਰੇ ਸਾ ਪਾ ਧਾ ਪ ਮ ਗਰੇ ਸਾ ਸੁਨ ਬਿਨਤੀ ਪਾ ਦਾ ਨੀ ਦਾ ਨੀ ਸਾ ਨੀ ਧਾ ਮ ਨੀ ਧਾ ਪ ਮ ਗਰੇ ਰੇ ਗਾ ਮ ਪ ਗਾ ਮ ਰੇ ਗਾ ਸਾ ਸੁਨ ਬਿਨਤੀ ਪ੍ਰਭ ਦੀਨ ਸੁਨ ਬਿਨਤੀ ਪ੍ਰਭ ਦੀਨ ਸੁਨ ਬਿਨਤੀ ਪ੍ਰਭ ਦੀਨ ਦਇਆਲਾ ਸਾਧ ਗਾਵੈ ਗੁਣ ਸਦਾ ਰਸਾਨਾ ਸਾਧ ਗਾਵੈ ਗੁਣ ਸਦਾ ਰਸਾਨਾ ਸੁਨ ਬਿਨਤੀ ਪ੍ਰਭ ਦੀਨ ਦਇਆਲਾ ਸੁਨ ਬਿਨਤੀ ਪ੍ਰਭ ਦੀਨ ਦਇਆਲਾ ਸੁਨ ਬਿਨਤੀ ਪ੍ਰਭ ਸੁਨ ਬਿਨਤੀ ਪ੍ਰਭ ਸੁਨ ਬਿਨਤੀ ਪ੍ਰਭ ਦੀਨ ਦਇਆਲਾ ਹੁਣੇ ਅਸੀਂ ਪ੍ਰੋਫੈਸਰ ਬ੍ਰਹਮਜੋਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਇਹ ਸ਼ਬਦ ਸਰਵਣ ਕੀਤਾ ਹੈ ਰਾਗ ਸੂਹੀ ਦੇ ਵਿੱਚ। ਆਓ ਚੱਲਦੇ ਹਾਂ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਨਾਸਰੀ ਸ਼ੰਤ 4th Mahal 1st House। One universal creator God, by the grace of the true Guru. When the dear Lord grants his grace, one meditates on the name of the Lord. Meeting the true Guru through loving faith and devotion, one intuitively sings the glorious praises of the Lord. Singing his glorious praises continually day and night, one blossoms forth when it is pleasing to the true Lord. Egotism, self-conceit, and Maya are forsaken, and he is intuitively absorbed into the Naam. The Creator himself acts. When he gives, then we receive. When the dear Lord grants his grace, we meditate on the Naam. Deep within, I feel true love for the perfect true Guru. I serve him day and night. I never forget him. I never forget him. I remember him night and day. When I chant the Naam, then I live. With my ears, I hear about him, and my mind is satisfied. As Gurmukh, I drink in the ambrosial nectar. If he bestows his grants of grace, then I shall meet the true Guru. My discriminating intellect would contemplate him night and day. Deep within, I feel true love for the perfect true Guru.
By great good fortune, one joins the Sadh Sangat, the true congregation. Then one comes to savor the subtle essence of the Lord. Night and day he remains lovingly focused on the Lord. He merges in celestial peace, merging in celestial peace. He becomes pleasing to Lord's mind. He remains forever unattached and untouched. He receives honor in this world and the next, lovingly focused on the Lord's name. He is liberated from both pleasure and pain. He is pleased by whatever God does. By great good fortune one joins the Sat Sangat, the true congregation, and then one becomes to savor the subtle essence of the Lord. In the love of duality there is pain and suffering. The messenger of death eyes the self-willed manmukhs. They cry and howl day and night, caught by the pain of Maya. Caught by the pain of Maya, provoked by his ego, he passes his life crying out, "Mine, mine." He does not remember God, the giver, and in the end he departs regretting and repenting. Without the name, nothing shall go along with him, not his children, spouse, or the enticement of Maya. In the love of duality, there is pain and suffering. The messenger of death eyes the self-willed manmukhs. Granting his grace, the Lord has merged me with himself. I have found the mansion of the Lord's presence. I remain standing with my palms pressed together. I have become pleasing to God's mind. When one is pleasing to God's mind, then he merges in the hukum of Lord's command. Surrendering to his hukum, he finds peace. Night and day, he chants the Lord's name day and night, intuitively, naturally. He meditates on the name of the Lord. Through the name, the glorious greatness of the Naam is obtained. The Naam is pleasing to Nanak's mind, granting his grace. The Lord has merged me with himself. I have found the mention of the Lord's presence. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਰਾਗ ਧਨਾਸਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 690 ਅੰਕ ਤੇ ਸੁਸ਼ੋਭਿਤ ਹੈ। ਆਓ ਅਗਲਾ ਸ਼ਬਦ ਸਰਵਨ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਅ, ਤਨ ਸੋ ਤੇਰਾ ਥਾਨ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਅ, ਤਨ ਸੋ ਮਨ ਬੈਰਾਗ ਪਿਆ। ਚਿਚਰ ਵਸੇ ਸੁਹੇਲੜੀ, ਚਿਚਰ ਵਸੇ ਸੁਹੇਲੜੀ, ਜਿਚਰ ਸਾਥੀ ਨਾਲ। ਜਿਚਰ ਸਾਥੀ ਨਾਲ
ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਗੂਰਾਨ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਅ ਤਨ ਸੋ ਤੇਰਾ ਪਾਨ ਮਨ ਬੈਰਾਗ ਪਿਆ। ਜਿਚਰ ਵਸਿਆ ਕੰਤਕਾਰ ਜਿਚਰ ਵਸਿਆ ਕੰਤਕਾਰ ਜਿਉ ਜਿਉ ਸਭ ਕਹਾਤ जियो जियो सब कहात जा उठी चलसी कंतड़ा ता कोई ना पूछे तेरी बात मन बैराग पया दर्शन देखने का ਮਨ ਬੈਰਾਗ ਪਿਆ। ਪੇੜੇ ਸੋਹ ਸੇਵ ਤੂੰ ਪੇੜੇ ਸੋਹ ਸੇਵ ਤੂੰ ਸਹੁਰੜੇ ਸੁਖ ਵਸ ਸਹੁਰੜਾ ਸੁਖ ਵਸ ਗੁਰ ਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁਖ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਅ ਤਨ ਸੋ ਤੇਰਾ ਪਾਨ ਮਨ ਬੈਰਾਗ ਪਿਆ। ਸਭਨਾ ਸੋਹਰੇ ਵੰਜਣਾ ਸਭਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ ਸਭ ਮੁਕਲਾਵਣ ਹਾਰ ਨਾਨਕ ਤਨ ਸੁਹਾਗਣੀ ਜਿਨ ਸ਼ਹਿ ਨਾਲ
ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਅੰਨ ਸੋ ਤੇਰਾ ਥਾਨ ਮਨ ਬੈਰਾਗ ਪਿਆ ਮਨ ਬੈਰਾਗ ਪਿਆ ਮਨ ਬੈਰਾਗ ਪਿਆ ਵਾਹਿਗੁਰੂ 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ ਤੇ ਪ੍ਰੋਗਰਾਮ ਦੂਸਰੇ ਹਿੱਸੇ ਵਿੱਚ ਜਾ ਚੁੱਕਾ ਹੈ ਤੇ ਅਗਰ ਆਪ ਜੀ ਨੇ ਹੁਣੇ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਹੈ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਦੂਸਰੇ ਭਾਗ ਦੇ ਵਿੱਚ ਅਸੀਂ ਜਿਹੜੀਆਂ ਲੜੀਵਾਰ ਵਿਚਾਰਾਂ ਸ਼ੁਰੂ ਕੀਤੀਆਂ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੇ ਲਿਖੀ ਹੋਈ ਕਿਤਾਬ ਸਿੱਖ ਸਿਧਾਂਤ ਦੇ ਵਿੱਚੋਂ ਸਿੱਖ ਮਾਸ ਕਿਉਂ ਖਾਵੇ ਉਸ ਦੀ ਜਿਹੜੀ ਹੈ ਅਗਲੀ ਲੜੀ ਜਿਹੜੀ ਹੈ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਇਸ ਦਾ ਜਿਹੜਾ ਹੈਡਿੰਗ ਦਿੱਤਾ ਹੈ ਉਹਨਾਂ ਨੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਲੰਗਰ ਦੀ ਮਰਜ਼ਾਦਾ ਦੇ ਬਾਰੇ ਉਹਨਾਂ ਨੇ ਲਿਖਿਆ ਹੈ। ਹੁਣ ਤੱਕ ਇਸ ਵਿਸ਼ੇ ਦੇ ਉੱਤੇ ਅਸੀਂ ਕਾਫੀ ਜਿਹੜਾ ਜ਼ਿਕਰ ਹੈ ਉਹ ਕਰ ਚੁੱਕੇ ਹਾਂ, ਜਿਵੇਂ ਕਿ ਉਹਨਾਂ ਨੇ ਪਹਿਲੇ ਸਾਨੂੰ ਇਹ ਦੱਸਿਆ ਸੀ ਕਿ ਕਿਵੇਂ ਜਿਹੜਾ ਹੈ ਮਾਸ ਤੇ ਕੁੱਠਾ ਜਿਹੜਾ ਹੈ ਉਹ ਇੱਕੋ ਚੀਜ਼ ਹੈ। ਬਾਅਦ ਦੇ ਵਿੱਚ ਜਿਹੜਾ ਹੈ ਕੁੱਠਾ ਹੈ ਉਸ ਦਾ ਜਿਹੜਾ ਹੈ ਉਹਦਾ ਜਿਹੜਾ ਮਤਲਬ ਹੈ ਉਹ ਵੱਖਰੇ ਤਰੀਕੇ ਦੇ ਨਾਲ ਦਿੱਤਾ ਗਿਆ ਕਿ ਕੁੱਠੇ ਤੋਂ ਭਾਵ ਹੈ ਕਿ ਮੁਸਲਮਾਨੀ ਤਰੀਕੇ ਨਾਲ ਮਾਰੇ ਹੋਏ ਜੀਵ ਅਥਵਾ ਹਲਾਲੀ ਮਾਸ। ਤੇ ਇਸੇ ਤਰ੍ਹਾਂ ਉਹਨਾਂ ਨੇ ਸਾਨੂੰ ਜਿਹੜਾ ਹੈ ਇਹ ਦੱਸਿਆ ਹੈ ਕਿ ਕਿਵੇਂ ਗੁਰਬਾਣੀ ਦੇ ਵਿੱਚ ਮੁਰਦਾਰ ਨਾ ਖਾਣ ਦੀ ਜਿਹੜੀ ਹੈ ਸਾਨੂੰ ਜਿਹੜੀ ਹਦਾਇਤ ਹੈ ਸਤਿਗੁਰੂ ਵੱਲੋਂ। ਤੇ ਫਿਰ ਉਹਨਾਂ ਨੇ ਦੱਸਿਆ ਕਿ ਕਿਵੇਂ ਸਿੱਖ ਜਗਤ ਦੇ ਵਿੱਚ ਮਾਸ ਦੀ ਸ਼ੁਰੂਆਤ ਹੋਈ ਤੇ ਇਸ ਤੋਂ ਬਾਅਦ ਉਹਨਾਂ ਨੇ ਮਾਸ ਸੇਵਨ ਤੋਂ ਵਿਸ਼ੇ ਵਿਕਾਰਾਂ ਦੀ ਉਪਜ ਬਾਰੇ ਵੀ ਸਾਨੂੰ ਜਿਹੜਾ ਹੈ ਜਾਣੂ ਕਰਵਾਇਆ ਤੇ ਮਾਸ ਅਤੇ ਜੀਵਾਂ ਦੇ ਉੱਤੇ ਦਇਆ ਦੇ ਸੰਬੰਧੀ ਵੀ ਵਿਚਾਰਾਂ ਅਸੀਂ ਜਿਹੜੀਆਂ ਸੁਣ ਆਏ ਹਾਂ ਪੜ੍ਹ ਆਏ ਹਾਂ। ਤੇ ਉਸ ਤੋਂ ਅੱਗੇ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਹੈ ਕਿ ਕਿਵੇਂ ਇਨਸਾਨ ਦੇ ਲਈ ਜਿਹੜਾ ਮਾਸ ਇੱਕ ਕੁਦਰਤੀ ਆਹਾਰ ਨਹੀਂ। ਉਹਨਾਂ ਨੇ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ ਕਿ ਕਿਵੇਂ ਜਿਹੜੇ ਜਾਨਵਰ ਜਿਹੜੇ ਹੈ ਮਾਸਾਹਾਰੀ ਨੇ ਉਹਨਾਂ ਦਾ ਸਾਡੇ ਨਾਲੋਂ ਸਰੀਰਕ ਤੌਰ ਦੇ ਉੱਤੇ ਕਿੰਨਾ ਜਿਹੜਾ ਹੈ ਵਖਰੇਵਾਂ ਹੈ। ਤੇ ਇਸੇ ਤਰ੍ਹਾਂ ਹੁਕਮਨਾਮਿਆਂ ਦੇ ਵਿੱਚ ਵੀ ਮਾਸ ਖਾਣ ਦੀ ਮਨਾਹੀ ਬਾਰੇ ਉਹਨਾਂ ਨੇ ਜਿਹੜੇ ਸਾਨੂੰ ਕੁਝ ਅੰਸ਼ ਜਿਹੜੇ ਹੁਕਮਨਾਮਿਆਂ ਦੇ ਵਿੱਚੋਂ ਪੁਰਾਣਿਆਂ ਚੋਂ ਸਾਡੇ ਸਨਮੁਖ ਕੀਤੇ। ਤੇ ਅੱਜ ਦਾ ਜਿਹੜਾ ਇਹ ਵਿਚਾਰ ਹੈ ਅੱਗੇ ਕਿ ਜਿਹੜਾ ਹੈ ਲੰਗਰ ਦੇ ਵਿੱਚ ਹਮੇਸ਼ਾ ਜਿਹੜਾ ਹੈ ਸ਼ਾਕਾਹਾਰੀ ਭੋਜਨ ਹੀ ਬਣਦਾ ਹੈ ਤੇ ਉਸ ਦਾ ਜਿਹੜਾ ਗੁਰਬਾਣੀ ਦੇ ਵਿੱਚੋਂ ਉਹਨਾਂ ਨੇ ਸਾਨੂੰ ਜਿਹੜਾ ਹੈ ਇਹ ਫਰਮਾਨ ਜਿਹੜੇ ਗੁਰਬਾਣੀ ਦੇ ਸਾਨੂੰ ਦੇ ਕੇ ਸਾਨੂੰ ਦਰਸਾਇਆ ਹੈ। ਆਓ ਇਸ ਨੂੰ ਅੱਗੇ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ। ਲੇਖਕ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਅੱਜ ਤੱਕ ਕਦੇ ਕਿਸੇ ਲੰਗਰ ਦੇ ਵਿੱਚ ਕੁੱਠਾ ਜਾਂ ਮਾਸ ਕਦੇ ਨਹੀਂ ਬਣਿਆ। ਕੁਝ ਇਤਿਹਾਸਕਾਰਾਂ ਨੇ ਮਾਸ ਖਾਣ ਨੂੰ ਜਾਇਜ਼ ਠਹਿਰਾਉਣ ਦਾ ਭੁਲੇਖਾ ਪਾਉਣ ਲਈ ਇੱਥੋਂ ਤੱਕ ਲਿਖ ਦਿੱਤਾ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਲੰਗਰ ਵਿੱਚ ਮਾਸ ਬਣਦਾ ਸੀ, ਜੋ ਕਿ ਗੁਰਮਤਿ ਦੀ ਕਿਸੇ ਵੀ ਕਸਵੱਟੀ ਤੇ ਨਹੀਂ ਉਤਰਦਾ, ਕਿਉਂਕਿ ਜੇ ਇਉਂ ਹੁੰਦਾ ਤਾਂ ਜਿੱਥੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਲੰਗਰ ਦੇ ਵਿੱਚ ਕਿਹੜੀਆਂ ਵਸਤੂਆਂ ਬਣਦੀਆਂ ਹਨ ਉਹਨਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਆਇਆ ਹੈ, ਉਸ ਦੇ ਨਾਲ ਕੁੱਠੇ ਮਾਸ ਦਾ ਵੀ ਜ਼ਿਕਰ ਜ਼ਰੂਰ ਆਉਂਦਾ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਲੰਗਰ ਵਿੱਚ ਜੋ ਕੁਝ ਬਣਦਾ ਸੀ ਉਸ ਬਾਰੇ ਗੁਰਬਾਣੀ ਵਿੱਚ ਇਸ ਤਰ੍ਹਾਂ ਫਰਮਾਨ ਹੈ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਕੀ ਖੀਰ ਘਿਆਲੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 967। ਭਾਵ ਕਿ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿੱਚ ਸਭ ਨੂੰ ਘਿਓ ਵਾਲੀ ਖੀਰ ਵੰਡੀ ਜਾਂਦੀ ਸੀ,
ਨਿਤ ਰਸੋਈ ਤੇਰੀਏ ਘਿਓ ਮੈਦਾ ਖਾਣ। ਭਾਵ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੇ ਲੰਗਰ ਦੇ ਵਿੱਚ ਰੋਜ਼ ਘਿਓ ਮੈਦਾ ਤੇ ਖੰਡ ਦੇ ਬਣੇ ਉੱਤਮ ਪਦਾਰਥ ਬਣਾਏ ਤੇ ਵਰਤਾਏ ਜਾਂਦੇ ਸਨ। ਸੋ ਉਹਨਾਂ ਦੀ ਇਹ ਜਿਹੜਾ ਹੈ ਇੱਥੇ ਜਿਹੜੀ ਵਿਚਾਰ ਉਹਨਾਂ ਨੇ ਦਿੱਤੀ ਹੈ ਕਿ ਅਗਰ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਆਉਣੀਆਂ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੈ, ਤੇ ਨਾਲ ਦੀ ਨਾਲ ਫਿਰ ਅਗਰ ਮਾਸ ਬਣਦਾ ਹੁੰਦਾ ਤੇ ਮਾਸ ਦਾ ਵੀ ਜ਼ਿਕਰ ਜ਼ਰੂਰ ਆਉਂਦਾ। ਇਸੇ ਤਰ੍ਹਾਂ ਇੱਕ ਹੋਰ ਇਤਿਹਾਸਕਾਰ ਹੈ ਮੋਹਸਨ ਫਾਨੀ, ਜਿਹੜਾ ਕਿ ਪੰਜਵੇਂ ਪਾਤਸ਼ਾਹ ਤੇ ਛੇਵੇਂ ਪਾਤਸ਼ਾਹ ਦਾ ਸਮਕਾਲੀ ਸੀ। ਉਹਦੀ ਜਿਹੜੀ ਲਿਖਤ ਹੈ ਉਹ ਵੀ ਬਹੁਤ ਹੀ ਜਿਹੜੀ ਹੈ ਪ੍ਰਮਾਣ ਦਿੰਦੀ ਹੈ। ਤੇ ਲੇਖਕ ਲਿਖਦਾ ਹੈ ਕਿ ਮੋਹਸਨ ਫਾਨੀ ਸਤਿਗੁਰੂ ਪੰਜਮ ਪਾਤਸ਼ਾਹ ਦੇ ਸਮਕਾਲੀ ਇਤਿਹਾਸਕਾਰ ਸੀ। ਉਹ ਆਪਣੀ ਪੁਸਤਕ ਦਬਿਸਤਾਨੇ ਮਹਜਬ ਫਾਰਸੀ ਦੇ ਵਿੱਚ ਲਿਖਦਾ ਹੈ, ਗੁਰੂ ਨਾਨਕ ਨੇ ਆਪਣੇ ਸਿੱਖਾਂ ਨੂੰ ਮਾਸ ਖਾਣ ਤੇ ਸ਼ਰਾਬ ਪੀਣ ਦੀ ਸਖਤ ਮਨਾਹੀ ਕੀਤੀ ਸੀ। ਉਹਨਾਂ ਨੇ ਆਪ ਵੀ ਕਦੇ ਕਿਸੇ ਹਾਲਤ ਦੇ ਵਿੱਚ ਮਾਸ ਨਹੀਂ ਖਾਧਾ ਤੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਸੀ ਕਿ ਕਿਸੇ ਜੀਵ ਦੀ ਹਿੰਸਾ ਨਹੀਂ ਕਰਨੀ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਹ ਦੱਸਿਆ ਗਿਆ ਕਿ ਕੁਝ ਸਤਸੰਗੀ ਵੱਡੇ ਹਜ਼ੂਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਪਦੇਸ਼ਾਂ ਦੀ ਸਖਤੀ ਨਾਲ ਪਾਲਣਾ ਨਹੀਂ ਕਰ ਰਹੇ, ਤਾਂ ਉਹਨਾਂ ਨੇ ਇਸ ਉਪਰੋਕਤ ਹੁਕਮ ਦੁਹਰਾਇਆ। ਭਾਵ ਕਿ ਜਿਹੜੇ ਅਸੀਂ ਜਿਹੜੀ ਬਾਣੀ ਦਾ ਜਿਹੜਾ ਹਵਾਲਾ ਪਹਿਲੇ ਦਿੱਤਾ ਹੈ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ, ਤੇ ਦੁਹਰਾਇਆ ਤੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਦੇ ਵੀ ਇਹਨਾਂ ਵਸਤੂਆਂ ਦੀ ਵਰਤੋਂ ਦੀ ਆਗਿਆ ਨਹੀਂ ਦਿੱਤੀ ਤੇ ਆਪਣੇ ਸਿੱਖ ਸੇਵਕਾਂ ਨੂੰ ਇਹਨਾਂ ਵਸਤੂਆਂ ਤੋਂ ਬਚਾਈ ਰੱਖਣ ਲਈ ਉਚੇਚੀ ਤਾਕੀਦੀ ਹੁਕਮ ਜਾਰੀ ਕੀਤੇ। ਦਬਿਸਤਾਨੇ ਮਹਜਬ ਭਾਗ ਦੂਜਾ ਪੰਨਾ 249। ਅਧਿਆਤਮਕਤਾ ਦੀ ਇਸੇ ਮਰਜ਼ਾਦਾ ਅਨੁਸਾਰ ਭਗਤਾਂ ਨੇ ਆਪਣੇ ਜੀਵਨ ਨਿਰਵਾਹ ਲਈ ਜੋ ਖੁਰਾਕ ਪ੍ਰਭੂ ਤੋਂ ਮੰਗੀ, ਉਸ ਵਿੱਚ ਦੁਨਿਆਵੀ ਲੋੜਾਂ ਦੀਆਂ ਸਾਰੀਆਂ ਵਸਤੂਆਂ ਤਾਂ ਮੰਗੀਆਂ ਨੇ, ਪਰ ਆਪਣੀ ਖਾਦ ਖੁਰਾਕ ਵਾਸਤੇ ਮਾਸ ਦੀ ਮੰਗ ਨਹੀਂ ਕੀਤੀ, ਜਿਸ ਦਾ ਜ਼ਿਕਰ ਬਾਣੀ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੈ, ਦੋਏ ਸਿਰ ਮੰਗੋ ਚੂਨਾ, ਪਾਓ ਘਿਓ ਸੰਗ ਲੂਣਾ, ਅੱਧ ਸੇਰ ਮੰਗੋ ਦਾਲੇ, ਮੋਕੋ ਦੋਨੋਂ ਬਖਤ ਜਿਵਾਲੇ, ਖਾਟ ਮੰਗੋ ਚੌਪਾਈ, ਸਿਰਹਾਨਾ ਅਵਰ ਤੁਲਾਈ, ਉੱਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੇ ਜਨ ਥੀਂਦਾ, ਮੈਂ ਨਾਹੀਂ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ, ਕਹਿ ਕਬੀਰ ਮਨ ਮਾਨਿਆ ਤਉ ਹਰਿ ਜਾਣਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 656। ਭਾਵ ਕਿ ਭਗਤ ਕਬੀਰ ਜੀ ਆਪਣੀਆਂ ਦੁਨਿਆਵੀ ਲੋੜਾਂ ਦੀ ਪੂਰਤੀ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਹੇ ਪ੍ਰਭੂ, ਮੈਨੂੰ ਹਰ ਰੋਜ਼ 2 ਸਿਰ ਆਟੇ ਦੀ ਲੋੜ ਹੈ, 1 ਪਾ ਘਿਓ ਤੇ ਲੂਣ, ਅੱਧਾ ਸਿਰ ਦਾਲ, 1 ਮੰਜੀ, 1 ਸਿਰਹਾਣਾ ਤੇ 1 ਰਜਾਈ ਚਾਹੀਦੀ ਹੈ। ਬਸ ਫਿਰ ਤੇਰਾ ਭਗਤ ਤੇਰੀ ਪ੍ਰੇਮਾ ਭਗਤੀ ਵਿੱਚ ਮਗਨ ਰਹੇਗਾ। ਇਸੇ ਤਰ੍ਹਾਂ ਦਾਲ ਸੀਧਾ ਮੰਗੋ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ, 1 ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 695। ਭਾਵ ਕਿ ਭਗਤ ਧੰਨਾ ਜੀ ਵੀ ਭਗਤ ਕਬੀਰ ਜੀ ਵਾਂਗ ਆਪਣੀਆਂ ਨਿੱਜੀ ਲੋੜਾਂ ਨੂੰ ਪੂਰਾ ਕਰਨ ਦੇ ਲਈ ਪਰਮਾਤਮਾ ਅੱਗੇ ਬੇਨਤੀ ਕਰਦੇ ਨੇ ਕਿ ਮੈਂ ਤੇਰੇ ਦਰ ਤੋਂ ਦਾਲ ਆਟਾ ਮੰਗਦਾ ਹਾਂ, ਤਾਂ ਜੋ ਮੇਰੀ ਉਪਜੀਵਿਕਾ ਦੀ ਪੂਰਤੀ ਹੋਵੇ। 1 ਦੁੱਧ ਦੇਣ ਵਾਲੀ ਮੱਝ, ਅਰਬੀ ਨਸਲ ਦੀ 1 ਸੋਹਣੀ ਘੋੜੀ ਤੇ ਘਰ ਗ੍ਰਸਤੀ ਚਲਾਉਣ ਵਾਸਤੇ 1 ਸੁਚੱਜੀ ਇਸਤਰੀ ਤੇਰੇ ਪਾਸੋਂ ਮੰਗਦਾ ਹਾਂ। ਇਸ ਤੋਂ ਇਹ ਸਪਸ਼ਟ ਹੈ ਕਿ ਗੁਰਬਾਣੀ ਦੇ ਵਿੱਚ ਜੀਵ ਹੱਤਿਆ ਜਾਂ ਮੁਰਦਾਰ ਮਾਸ ਦੀ ਕੋਈ ਥਾਂ ਨਹੀਂ। ਇਸੇ ਕਰਕੇ ਗੁਰੂ ਘਰਾਂ ਅਥਵਾ ਗੁਰਦੁਆਰਿਆਂ ਦੇ ਲੰਗਰਾਂ ਦੇ ਵਿੱਚ ਮਾਸ ਬਣਾਇਆ ਜਾਂ ਵਰਤਾਇਆ ਨਹੀਂ ਜਾਂਦਾ। ਤੇ ਅਗਲੀਆਂ ਜਿਹੜੀਆਂ ਵਿਚਾਰਾਂ ਨੇ ਮਾਸ ਸੰਬੰਧੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕੁਰੂਕਸ਼ੇਤਰ ਵਿਖੇ ਬ੍ਰਾਹਮਣਾਂ ਨੂੰ ਉਪਦੇਸ਼ ਜਿਹੜਾ ਹੈ ਉਹ ਅਸੀਂ ਆਪ ਜੀ ਦੇ ਨਾਲ ਅੱਗੇ ਚੱਲ ਕੇ ਸਾਂਝਾ ਕਰਾਂਗੇ। ਆਓ ਉਸ ਤੋਂ ਪਹਿਲਾਂ ਇੱਕ ਸ਼ਬਦ ਸਰਵਣ ਕਰਦੇ ਹਾਂ।
ਕਾਲ ਖਾਏ ਕਿਛ ਹੱਥੋਂ ਦੇ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ, ਨਾਨਕ ਰਾਹ ਪਛਾਣੈ ਸੇ, ਕਾਲ ਖਾਏ ਕਿਛ ਹੱਥੋਂ ਦੇ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ, ਨਾਨਕ ਰਾਹ ਪਛਾਣੈ ਸੇ। ਗਿਆਨ ਵਿਹੂਣਾ ਗਾਵੇ ਗੀਤ, ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਭੁੱਖੇ ਮੁੱਲਾਂ ਘਰੇ ਮਸੀਤ, ਘਰੇ ਮਸੀਤ, ਕਾਲ ਖਾਏ ਕਿਛ ਹੱਥੋਂ ਦੇ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ, ਨਾਨਕ ਰਾਹ ਪਛਾਣੈ ਸੇ, ਕਾਲ ਖਾਏ ਕਿਛ ਹੱਥੋਂ ਦੇ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ, ਨਾਨਕ ਰਾਹ ਪਛਾਣੈ ਸੇ। ਮਖਟੂ ਹੋਏ ਕੈ ਕੰਨ ਪੜਾਏ, ਮਖਟੂ ਹੋਏ ਕੈ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਫਕਰ ਕਰੇ ਹੋਰ ਜਾਤ ਗਵਾਏ, ਹੋਰ ਜਾਤ ਗਵਾਏ, ਕਾਲ ਖਾਏ ਕਿਛ ਹੱਥੋਂ ਦੇ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ, ਨਾਨਕ ਰਾਹ ਪਛਾਣੈ ਸੇ। ਗੁਰ ਪੀਰ ਸਦਾਏ ਮੰਗਣ ਜਾਏ, ਗੁਰ ਪੀਰ ਸਦਾਏ ਮੰਗਣ ਜਾਏ, ਗੁਰ ਪੀਰ ਸਦਾਏ ਮੰਗਣ ਜਾਏ, ਮੰਗਣ ਜਾਏ, ਮੰਗਣ ਜਾਏ ਜਾਏ, ਗੁਰ ਪੀਰ ਸਦਾਏ ਮੰਗਣ ਜਾਏ, ਮੰਗਣ ਜਾਏ, ਮੰਗਣ ਜਾਏ, ਗੁਰ ਪੀਰ ਸਦਾਏ। ਗੁਰ ਪੀਰ ਸਦਾਏ
ਪਾਏ ਤਾਂ ਕੈ ਮੂਲ ਨ ਲੱਗੀਐ ਪਾਏ ਤਾਂ ਕੈ ਮੂਲ ਨ ਲੱਗੀਐ ਪਾਏ ਗੁਰ ਪੀਰ ਸਦਾਏ ਮੰਗਣ ਜਾਏ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨਾ ਲੱਗੀਐ ਪਾਏ ਤਾਂ ਕੈ ਮੂਲ ਨਾ ਲੱਗੀਐ ਪਾਏ ਨਾ ਲੱਗੀਐ ਪਾਏ ਕਾਲ ਖਾਏ ਕਿਛ ਹੱਥੋਂ ਦੇ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ ਨਾਨਕ ਰਾਹ ਪਛਾਣੈ ਸੇ ਗਿਆਨ ਵਿਹੂਣਾ ਗਾਵੇ ਗੀਤ ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾ ਘਰੇ ਮਸੀਤ ਭੁੱਖੇ ਮੁੱਲਾ ਘਰੇ ਮਸੀਤ ਮਖਟੂ ਹੋਏ ਕੈ ਕੰਨ ਪੜਾਏ ਮਖਟੂ ਹੋਏ ਕੈ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਫਕਰ ਕਰੇ ਹੋਰ ਜਾਤ ਗਵਾਏ ਗੁਰ ਪੀਰ ਸਦਾਏ ਮੰਗਣ ਜਾਏ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨਾ ਲੱਗੀਐ ਪਾਏ ਤਾਂ ਕੈ ਮੂਲ ਨਾ ਲੱਗੀਐ ਪਾਏ ਨਾ ਲੱਗੀਐ ਪਾਏ ਕਾਲ ਖਾਏ ਕਿਛ ਹੱਥੋਂ ਦੇ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ ਨਾਨਕ ਰਾਹ ਪਛਾਣੈ ਸੇ ਨਾਨਕ ਰਾਹ ਪਛਾਣੈ ਸੇ ਹਾਂਜੀ, ਇਹ ਸਨ ਭਾਈ ਨਿਰੰਜਨ ਸਿੰਘ ਜੀ ਵਾਦੀ ਕਲਾ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ। ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਆਓ ਜਿਹੜੀਆਂ ਵਿਚਾਰਾਂ ਅਸੀਂ ਸ਼ੁਰੂ ਕੀਤੀਆਂ ਨੇ ਉਹਨਾਂ ਨੂੰ ਅੱਗੇ ਵਧਾਉਂਦੇ ਹਾਂ। ਮਾਸਬੰਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕੁਰੂਕਸ਼ੇਤਰ ਵਿਖੇ ਬ੍ਰਾਹਮਣਾਂ ਨੂੰ ਉਪਦੇਸ਼। ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਕੁਰੂਕਸ਼ੇਤਰ ਵਿਖੇ ਸੂਰਜ ਗ੍ਰਹਿਣ ਦੇ ਮੇਲੇ ਤੇ ਕਿਸੇ ਰਾਜਕੁਮਾਰ ਵੱਲੋਂ ਮਾਰੇ ਹੋਏ ਹਿਰਨ ਨੂੰ ਪਕਵਾਏ ਜਾਣ ਦੀ ਘਟਨਾ ਦਾ ਵਰਣਨ ਮਾਸ ਖਾਣ ਵਾਲੇ ਵੀਰ ਆਪਣੀ ਪੱਖ ਦੀ ਪੁਸ਼ਟੀ ਲਈ ਕਰਦੇ ਹਨ। ਅਸਲ ਵਿੱਚ ਉਹ ਇਸ ਘਟਨਾ ਤੇ ਉਸ ਪਰਥਾਏ ਉਚਾਰੀ ਗੁਰਬਾਣੀ ਦੇ ਭਾਵ ਤੇ ਇਲਾਹੀ ਰਮਜ ਨੂੰ ਨਹੀਂ ਸਮਝ ਸਕੇ। ਇਸ ਤੋਂ ਪਹਿਲਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਰੂਕਸ਼ੇਤਰ ਵਿਖੇ ਵਰਤਾਏ ਹੋਏ ਕੌਤਕ, ਇਲਾਹੀ ਕੌਤਕ ਤੇ ਉਸ ਦੇ ਸਮੇਂ ਉਚਾਰੇ ਸ਼ਬਦ ਦੇ ਅਰਥ ਕਰਨ ਦਾ ਯਤਨ ਕਰੀਏ, ਸਾਡੇ ਲਈ ਇਹ ਸਮਝ ਲੈਣਾ ਅਤਿਅੰਤ ਜ਼ਰੂਰੀ ਹੈ ਕਿ ਗੁਰੂ ਸਾਹਿਬ ਦਾ ਆਪਣੇ ਨਿੱਜੀ ਜੀਵਨ ਦੇ ਵਿੱਚ ਮਾਸ ਖਾਣ ਬਾਰੇ ਕੀ ਮਤ ਸੀ ਤੇ ਆਪਣੇ ਜੀਵਨ ਕਾਲ ਦੌਰਾਨ ਉਚਾਰੀ ਬਾਣੀ ਦੇ ਮਾਸ ਬਾਰੇ ਕੀ ਵਿਚਾਰ ਹਨ। ਗੁਰੂ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਪ੍ਰਤੱਖ ਤੌਰ ਤੇ ਗੁਰੂ ਮਹਾਰਾਜ ਨੇ ਮਾਸ ਸੇਵਨ ਦੀ ਤਾੜਨਾ ਕਰ ਇਸ ਨੂੰ ਪ੍ਰਭੂ ਮਿਲਾਪ ਦੇ ਪਾਂਧੀ ਲਈ ਵਿਸ਼ੇ ਵਿਕਾਰਾਂ ਦਾ ਵੱਡਾ ਰਸਕਸ ਦੱਸਿਆ। ਇਹਨਾਂ ਘਟਨਾਵਾਂ ਦੇ ਵਿੱਚੋਂ ਕੁਝ ਕੁ ਹਵਾਲੇ ਇਸ ਪ੍ਰਕਾਰ ਹਨ। ਪਹਿਲਾ, ਬਾਲ ਅਵਸਥਾ ਸਮੇਂ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਸਾਫ਼ ਇਨਕਾਰ ਕਰਕੇ ਜਨੇਊ ਵਰਗੇ ਕਪਾਹ ਦੇ ਧਾਗੇ ਦੀ ਮਹੱਤਤਾ ਤੇ ਉਸ ਅਡੰਬਰ ਸਮੇਂ ਪਕਾਏ ਮਾਸ ਨੂੰ ਇੱਕ ਸਿੱਧੀ ਚੁਣੌਤੀ ਦਿੱਤੀ। ਤਗ ਕਪਾਹ ਕੱਤੀਏ ਬਾਹਮਣ ਬੱਟੇ ਆਏ,
ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੈ ਪਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 471। ਤਲਵੰਡੀ ਵਿਖੇ ਗੁਰੂ ਸਾਹਿਬ ਨੇ ਬ੍ਰਾਹਮਣ ਨੂੰ ਦਿੱਤੀ ਚੇਤਾਵਨੀ। ਉਸ ਵਿੱਚ ਆਪ ਤਾਂ ਦਿੱਤੀ ਇਸ ਤਰ੍ਹਾਂ ਚੇਤਾਵਨੀ ਦਿੱਤੀ ਕਿ ਉਹ ਆਪ ਤਾਂ ਅਪੱਖ ਵਸਤੂ ਬੱਕਰੇ ਦਾ ਮਾਸ ਜੋ ਨਾ ਖਾਣ ਯੋਗ ਰਸਕਸ ਹੈ ਖਾਂਦਾ ਹੈ ਤੇ ਹੋਰਨਾਂ ਨੂੰ ਅਪਵਿੱਤਰ ਦੱਸ ਕੇ ਚੌਂਕੇ ਤੇ ਬਣ ਨਹੀਂ ਦਿੰਦਾ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 472। ਕੌਡੇ ਰਾਖਸ਼ ਨੂੰ ਮਾਸ ਛੱਡ ਸ਼ਾਕਾਹਾਰੀ ਆਹਾਰ ਪ੍ਰਤੀ ਆਪ ਜੀ ਨੇ ਉਪਦੇਸ਼ ਦਿੱਤਾ। ਇਸ ਤੋਂ ਇਲਾਵਾ ਗੁਰੂ ਸਾਹਿਬ ਦੀ ਬਾਣੀ ਮਾਸ ਖਾਣ ਤੇ ਜੀਵ ਹੱਤਿਆ ਵਰਗੇ ਰਾਖਸ਼ੀ ਕਰਮਾਂ ਵਿਰੁੱਧ ਸਿੱਧਾ ਉਪਦੇਸ਼ ਕਰਦੀ ਹੈ, ਜਿਵੇਂ ਕਿ ਅਸੰਖ ਗਲ ਵੱਟ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਮਾਨਸ ਖਾਣੇ ਕਰਹਿ ਨਿਵਾਜ, ਛੁਰੀ ਬਗਾਇਨ ਤਿੰਨ ਗਲ ਤਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 471। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 662। ਇਸ ਪ੍ਰਕਾਰ ਗੁਰੂ ਸਾਹਿਬ ਦੀਆਂ ਜੀਵਨ ਘਟਨਾਵਾਂ ਅਤੇ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਜੀਵ ਹੱਤਿਆ ਤੇ ਮਾਸ ਖਾਣ ਦੇ ਰਸਾਂ ਕਸਾਂ ਨੂੰ ਅਧਿਆਤਮਕ ਮਾਰਗ ਦੇ ਪਾਂਧੀ ਲਈ ਵੱਡੀ ਰੁਕਾਵਟ ਦੱਸਿਆ ਹੈ। ਸਪਸ਼ਟ ਹੈ ਕਿ ਗੁਰੂ ਸਾਹਿਬ ਕੁਰੂਕਸ਼ੇਤਰ ਵਿਖੇ ਪੰਡਤਾਂ ਨੂੰ ਮਾਸ ਖਾਣ ਲਈ ਕਦੇ ਨਹੀਂ ਸੀ ਕਹਿ ਸਕਦੇ। ਆਓ ਹੁਣ ਕੁਰੂਕਸ਼ੇਤਰ ਵਿਖੇ ਵਾਪਰੇ ਗੁਰੂ ਸਾਹਿਬ ਦੇ ਇਸ ਇਲਾਹੀ ਕੌਤਕ ਨੂੰ ਵਿਚਾਰੀਏ। ਕੁਰੂਕਸ਼ੇਤਰ ਦੇ ਵੈਸ਼ਨਵ ਬ੍ਰਾਹਮਣ ਤਬਕੇ ਦੇ ਵਿੱਚ ਇੱਕ ਵੱਡਾ ਭਰਮ ਅਥਵਾ ਅਗਿਆਨਤਾ ਬਣੀ ਹੋਈ ਸੀ ਕਿ ਕੇਵਲ ਮਾਸ ਨਾ ਖਾਣ ਕਰਕੇ ਇੱਕ ਹੀ ਸ਼ੁਭ ਗੁਣ ਧਾਰਨ ਕਰਨ ਦੇ ਨਾਲ ਉਹ ਆਤਮਦਰਸ਼ੀ ਤੇ ਬ੍ਰਹਮ ਗਿਆਨੀ ਬਣ ਸਕਦੇ ਨੇ। ਇਹ ਸ਼ੁਭ ਗੁਣ ਨੂੰ ਅਪਣਾ ਕੇ ਇਹ ਬਹੁਤ ਹੰਕਾਰੀ ਬਣੇ ਬੈਠੇ ਸਨ ਅਤੇ ਆਤਮਦਰਸ਼ੀ ਹੋਣ ਦਾ ਪਖੰਡ ਕਰਕੇ ਲੋਕਾਈ ਤੋਂ ਆਪਣੀ ਪੂਜਾ ਕਰਵਾਉਂਦੇ ਸਨ। ਇਹਨਾਂ ਦੇ ਇਸ ਹੰਕਾਰ ਨੂੰ ਦੂਰ ਕਰਨ ਵਾਸਤੇ ਗੁਰੂ ਸਾਹਿਬ ਨੇ ਇੱਕ ਇਲਾਹੀ ਕੌਤਕ ਵਰਤਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਇਲਾਹੀ ਢੰਗ ਸੀ ਕਿ ਉਹ ਤੀਰਥ ਸਥਾਨਾਂ ਤੇ ਜਾ ਕੇ ਧਰਮ ਵਿੱਚ ਆਈਆਂ ਕੁਰੀਤੀਆਂ ਦੇ ਵਿੱਚ ਸੁਧਾਰ ਲਿਆਉਣ ਲਈ ਉੱਥੋਂ ਦੇ ਆਗੂਆਂ ਪਚਾਰੀਆਂ ਤੇ ਲੋਕਾਈ ਨੂੰ ਅਨੋਖੇ ਢੰਗ ਦੇ ਨਾਲ ਆਪਣੇ ਵੱਲ ਆਕਰਸ਼ਿਤ ਕਰਕੇ ਅਕਾਲ ਪੁਰਖ ਦੇ ਸੱਚ ਦੇ ਮਾਰਗ ਦਾ ਉਪਦੇਸ਼ ਦਿੰਦੇ ਸਨ। ਸੂਰਜ ਗ੍ਰਹਿਣ ਦੇ ਮੌਕੇ ਤੇ ਗੁਰੂ ਸਾਹਿਬ ਅਨੇਕਾਂ ਨੂੰ ਤਾਰਦੇ ਹੋਏ ਕੁਰੂਕਸ਼ੇਤਰ ਪਹੁੰਚੇ, ਜਿੱਥੇ ਭਾਰਤ ਵਰਸ਼ ਤੋਂ ਆਏ ਅਨੇਕਾਂ ਹੀ ਪੰਡਤ ਤੇ ਵਿਦਵਾਨ ਇਕੱਠੇ ਹੋਏ ਸਨ। ਇੱਕ ਰਾਣੀ ਤੇ ਉਸ ਦਾ ਰਾਜਕੁਮਾਰ ਆਪਣਾ ਰਾਜ ਭਾਗ ਖੁਹਾ ਕੇ ਜੰਗਲਾਂ ਵਿੱਚੋਂ ਦੀ ਹੁੰਦਾ ਹੋਇਆ ਕੁਰੂਕਸ਼ੇਤਰ ਵੱਲ ਆ ਰਹੇ ਸਨ। ਜਦੋਂ ਉਹਨਾਂ ਨੂੰ ਭੁੱਖ ਸਤਾਉਣ ਲੱਗੀ ਤਾਂ ਉਹਨਾਂ ਨੇ ਇੱਕ ਹਿਰਨ ਦਾ ਸ਼ਿਕਾਰ ਕੀਤਾ। ਅੱਗ ਤੇ ਹੋਰ ਪਕਾਉਣ ਦੇ ਸਾਧਨ ਨਾ ਹੋਣ ਕਰਕੇ ਸ਼ਿਕਾਰ ਨੂੰ ਨਾਲ ਹੀ ਲੈ ਕੇ ਕੁਰੂਕਸ਼ੇਤਰ ਆ ਪਹੁੰਚੇ। ਕੁਰੂਕਸ਼ੇਤਰ ਇੱਕ ਪਵਿੱਤਰ ਤੀਰਥ ਸਥਾਨ ਹੋਣ ਕਰਕੇ ਰਵਾਇਤ ਬਣੀ ਹੋਈ ਸੀ ਕਿ ਸੂਰਜ ਗ੍ਰਹਿਣ ਦੇ ਮੌਕੇ ਅੱਗ ਬਾਲਣਾ ਪਾਪ ਹੈ ਤੇ ਮਾਸ ਬਣਾਉਣਾ ਤਾਂ ਮਹਾ ਪਾਪ ਸਮਝਿਆ ਜਾਂਦਾ ਸੀ। ਮਾਂ ਪੁੱਤਰ ਨੂੰ ਡਰ ਸੀ ਕਿ ਜੇ ਉਹਨਾਂ ਨੇ ਇੱਥੇ ਅੱਗ ਬਾਲ ਕੇ ਮਾਸ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਬ੍ਰਾਹਮਣ ਉਹਨਾਂ ਨੂੰ ਮਾਰ ਦੇਣਗੇ। ਪਤਾ ਲੱਗਣ ਤੇ ਕਿ ਤ੍ਰਿਲੋਕੀ ਦੇ ਨਾਥ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕੁਰੂਕਸ਼ੇਤਰ ਹੀ ਪਹੁੰਚੇ ਹੋਏ ਹਨ ਤਾਂ ਇਹਨਾਂ ਵਿਚਾਰ ਕੀਤੀ ਕਿਉਂ ਨਾ ਗੁਰੂ ਸਾਹਿਬ ਦੇ ਚਰਨ ਪਰਸੀਏ, ਅਸੀਸਾਂ ਲਈਏ ਤੇ ਉਹਨਾਂ ਤੋਂ ਆਗਿਆ ਲੈ ਕੇ ਇਹ ਮਾਸ ਰਿੰਨ ਕੇ ਭੁੱਖ ਮਿਟਾਈਏ। ਇਹ ਗੁਰੂ ਸਾਹਿਬ ਦੇ ਪਾਸ ਹਾਜ਼ਰ ਹੋਏ ਤੇ ਚਰਨ ਪਰਸ ਕੇ ਆਪਣੀ ਵਿਥਿਆ ਸੁਣਾਈ ਤੇ ਆਗਿਆ ਲੈ ਕੇ ਮਾਸ ਰਿੰਨਣਾ ਸ਼ੁਰੂ ਕਰ ਦਿੱਤਾ। ਇਹ ਤਾਂ ਮਹਾਰਾਜ ਦਾ ਇੱਕ ਚੋਜ ਸੀ, ਕਿਉਂਕਿ ਮਹਾਰਾਜ ਗੁਰਬਾਣੀ ਦੇ ਵਿੱਚ ਸ੍ਰੀ ਰਾਗ ਮਹੱਲਾ ਪਹਿਲਾ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 15 ਤੇ ਇਹ ਸਪਸ਼ਟ ਕਰਦੇ ਨੇ ਕਿ ਮਾਸ ਇੱਕ ਵੱਡਾ ਰਸ ਹੈ। ਇਸ ਸ਼ਬਦ ਦੇ ਸਾਰੇ ਸਰੀਰਕ ਰਸ ਬਿਆਨ ਕਰਨ ਉਪਰੰਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖਾਣ ਵਾਲੇ ਪਦਾਰਥ ਮਾਸ ਨੂੰ ਇੱਕ ਵੱਡਾ ਰਸ ਮੰਨਿਆ, ਜੋ ਅਧਿਆਤਮਕ ਮਾਰਗ ਦੇ ਪਾਂਧੀ ਲਈ ਨਾਮ ਸਿਮਰਨ ਕਰਨ ਲਈ ਬਹੁਤ ਵੱਡਾ ਵਿਘਨ ਹੈ। ਆਪ ਜੀ ਫਰਮਾਉਂਦੇ ਨੇ ਅੰਗ 15 ਤੇ
रस सोइना रस रूपा कामन रस परमल की बास। रस घोड़े रस सेजा मंदर रस मीठा रस मास। एते रस ਸਰੀਰ ਕੇ ਕੈ ਘਟ ਨਾਮ ਨਿਵਾਸ। ਅਸਲ ਵਿੱਚ ਗੁਰੂ ਸਾਹਿਬ ਨੇ ਇਹ ਇਲਾਹੀ ਕੌਤਕ ਕੁਰੂਕਸ਼ੇਤਰ ਪੁੱਜੇ ਹੋਏ ਬ੍ਰਾਹਮਣ ਤੇ ਵਿਦਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਕੀਤਾ, ਅਤੇ ਹੋਇਆ ਵੀ ਠੀਕ ਅਜਿਹਾ ਹੀ। ਧੂਆਂ ਉੱਠਦਿਆਂ ਹੀ ਤੇ ਮਾਸ ਰਿੱਝਣ ਦੀ ਹਵਾੜ ਦੇ ਇਰਦ ਗਿਰਦ ਫੈਲਣ ਸਾਰ ਹੀ ਬ੍ਰਾਹਮਣ ਆਪਣੇ ਮੁਖੀ ਪੰਡਿਤ ਨਾਨੂ, ਜੋ ਆਪਣੇ ਆਪ ਨੂੰ ਵੇਦਾਂ ਸ਼ਾਸਤਰਾਂ ਦਾ ਭਵਿੱਖਤਵਾਕਾਂ ਅਨੁਸਾਰ ਨਾਨਕ ਅਵਤਾਰ ਕਹਾਉਂਦਾ ਸੀ, ਦੀ ਅਗਵਾਈ ਹੇਠ ਗੁਰੂ ਸਾਹਿਬ ਤੇ ਹਮਲਾ ਕਰਨ ਲਈ ਪਹੁੰਚੇ। ਪਰ ਗੁਰੂ ਸਾਹਿਬ ਦਾ ਇਲਾਹੀ ਨੂਰ ਤੇ ਗੈਬੀ ਸ਼ਕਤੀ ਨੂੰ ਅਨੁਭਵ ਕਰਕੇ ਠਿਠੰਬਰ ਗਏ। ਗੁੱਸੇ ਵਿੱਚ ਅੱਗੇ ਵੱਧ ਕੇ ਗੁਰੂ ਸਾਹਿਬ ਨੂੰ ਸਵਾਲ ਕੀਤਾ ਕਿ ਤੁਸੀਂ ਸਾਧੂ ਹੋ ਕੇ ਮਾਸ ਰਿੰਨਣ ਦੀ ਆਗਿਆ ਕਿਵੇਂ ਦੇ ਦਿੱਤੀ? ਸਾਧੂ ਮਹਾਤਮਾ ਆਤਮਦਰਸ਼ੀ ਤਾਂ ਮਾਸ ਦਾ ਸੇਵਨ ਨਹੀਂ ਕਰਦੇ। ਉਸ ਸਮੇਂ ਗੁਰੂ ਸਾਹਿਬ ਨੇ ਪੰਡਤਾਂ ਦੀਆਂ ਇਹਨਾਂ ਹਉਮੈ ਹੰਕਾਰ ਅਧੀਨ ਪਈਆਂ ਗਲਤ ਫਹਿਮੀਆਂ ਤੇ ਪਖੰਡੀ ਧਾਰਨਾਵਾਂ ਦੀ ਇੱਕ ਮਾਸ ਦੇ ਰਸ ਨੂੰ ਛੱਡ ਦੇਣ ਦੇ ਨਾਲ ਉਹ ਆਤਮਦਰਸ਼ੀ ਹੋ ਗਏ ਹਨ ਨੂੰ ਦੂਰ ਕਰਨ ਲਈ ਉਹਨਾਂ ਦੇ ਹਉਮੈ ਹੰਕਾਰ ਨੂੰ ਚੋਟ ਮਾਰ ਕੇ ਪ੍ਰਭੂ ਮਾਰਗ ਵੱਲ ਪਾਉਣ ਦੇ ਲਈ ਇਹ ਸ਼ਬਦ ਉਚਾਰਿਆ, ਜਿਹੜਾ ਕਿ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ। ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮੈਂ ਪਾਪ ਸਮਾਣੇ। ਅੱਗੇ ਜਾ ਕੇ ਸਤਿਗੁਰੂ ਜੀ ਫਰਮਾਉਂਦੇ ਨੇ, ਏਤੇ ਰਸ ਛੋੜ ਹੋਵੇ ਸੰਨਿਆਸੀ ਨਾਨਕ ਕਹੈ ਵਿਚਾਰਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 1299। ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਦੱਸਿਆ ਹੈ ਕਿ ਮਾਸ ਦਾ ਝਗੜਾ ਮੂਰਖ ਹੀ ਕਰਦੇ ਨੇ। ਜੋ ਆਤਮਦਰਸ਼ੀ ਤੇ ਬ੍ਰਹਮ ਗਿਆਨੀ ਹੁੰਦੇ ਨੇ ਉਹ ਅਜਿਹਾ ਨਹੀਂ ਕਰਦੇ, ਕਿਉਂਕਿ ਉਹ ਤਾਂ ਨਿਰੰਕਾਰ ਦੇ ਦੇਸ਼ ਦੇ ਵਾਸੀ ਹੁੰਦੇ ਨੇ। ਉਹਨਾਂ ਦੀ ਅਵਸਥਾ ਦੇ ਵਿੱਚ ਮਾਸ ਤੇ ਸਾਗ ਇੱਕ ਸਮਾਨ ਹੁੰਦੇ ਨੇ ਤੇ ਉਹਨਾਂ ਨੂੰ ਕੋਈ ਪਾਪ ਨਹੀਂ ਲੱਗਦਾ। ਤੇ ਅੱਗੇ ਲੇਖਕ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਤੁਕਾਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 290 ਅੰਕ ਤੇ ਨੇ, ਉਹ ਸਾਡੇ ਸਨਮੁਖ ਕਰਦਾ ਹੈ। ਜਬ ਆਕਾਰ ਏਕ ਕਿਛ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ। ਗੁਰੂ ਸਾਹਿਬ ਅੱਗੇ ਫਰਮਾਉਂਦੇ ਨੇ ਕਿ ਹੇ ਪੰਡਿਤ ਜਨੋ, ਤੁਸੀਂ ਪਖੰਡੀ ਤੇ ਅਖੌਤੀ ਹੋ ਕੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਂਦੇ ਹੋ। ਜੇ ਤੁਸੀਂ ਅਸਲ ਵਿੱਚ ਇਸ ਅਵਸਥਾ ਵਿੱਚ ਹੁੰਦੇ ਤਾਂ ਮੇਰੇ ਨਾਲ ਕਦੇ ਨਾ ਝਗੜਦੇ ਤੇ ਮਾਸ ਸਾਗ ਤੇ ਪੁੰਨ ਪਾਪ ਦੇ ਵਿੱਚ ਨਾ ਪੈਂਦੇ। ਤੁਸੀਂ ਕੇਵਲ ਮਾਸ ਦੇ ਇੱਕ ਰਸ ਨੂੰ ਤਿਆਗ ਕੇ ਹੀ ਸੰਨਿਆਸੀ ਅਥਵਾ ਬ੍ਰਹਮ ਗਿਆਨੀ ਨਹੀਂ ਬਣ ਸਕਦੇ, ਜਦੋਂ ਤੱਕ ਤੁਸੀਂ ਦੁਨਿਆਵੀ ਪਦਾਰਥਾਂ ਦੇ ਸਾਰੇ ਰਸਾਂ ਕਸਾਂ ਨੂੰ ਨਹੀਂ ਤਿਆਗਦੇ। ਇਸ ਕਰਕੇ ਸੰਨਿਆਸੀ ਅਤੇ ਬ੍ਰਹਮ ਗਿਆਨੀ ਬਣਨ ਲਈ ਦੁਨੀਆ ਦੇ ਸਾਰੇ ਰਸ ਕਸ ਤਿਆਗਣੇ ਜ਼ਰੂਰੀ ਨੇ। ਅਧਿਆਤਮਕ ਖੇੜਾ ਨਾਮ ਸਿਮਰਨ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਇਹ ਮਾਸ ਦਾ ਸੇਵਨ ਨਾ ਕਰਨ ਵਾਲਿਆਂ ਵਾਸਤੇ ਬਹੁਤ ਵੱਡੀ ਚੁਣੌਤੀ ਤੇ ਹਦਾਇਤ ਹੈ ਕਿ ਭਾਵੇਂ ਮਾਸ ਨਾ ਖਾਣਾ ਇੱਕ ਸ਼ੁਭ ਗੁਣ ਹੈ, ਪਰੰਤੂ ਇਹ ਇੱਕ ਗੁਣ ਹੀ ਪ੍ਰਭੂ ਮਾਰਗ ਤੇ ਚੱਲਣ ਵਾਸਤੇ ਕਾਫੀ ਨਹੀਂ। ਆਮ ਲੋਕਾਈ ਦੇ ਵਿੱਚ ਇੱਕ ਬੜੀ ਪ੍ਰਥਾ ਬਣੀ ਹੋਈ ਸੀ ਕਿ ਜੋ ਮਾਸ ਦੇ ਰਸ ਨੂੰ ਤਿਆਗਦੇ ਨੇ ਅਤੇ ਮਾਸ ਨਹੀਂ ਖਾਂਦੇ, ਉਹ ਬਹੁਤ ਸ਼ੁਭ ਗੁਣੀ ਹਨ ਅਤੇ ਅਧਿਆਤਮਕ ਮਾਰਗ ਤੇ ਚੱਲ ਕੇ ਦੂਸਰਿਆਂ ਨਾਲੋਂ ਉੱਚੇ ਨੇ। ਇਹੀ ਕਾਰਨ ਸੀ ਕਿ ਆਮ ਲੋਕ ਆਪਣੇ ਪਵਿੱਤਰ ਤੀਰਥਾਂ ਤੇ ਨਾ ਜਾਨਵਰ ਮਾਰਦੇ ਸਨ ਤੇ ਨਾ ਹੀ ਮਾਸ ਦੀ ਵਰਤੋਂ ਕਰਦੇ ਸਨ, ਜੋ ਪਰੰਪਰਾ ਹੁਣ ਤੱਕ ਚੱਲੀ ਆ ਰਹੀ ਹੈ। ਮਾਸ ਨੂੰ ਤਿਆਗਣ ਦਾ ਆਮ ਲੋਕਾਈ ਦੇ ਵਿੱਚ ਪ੍ਰਭੂ ਨੂੰ ਮਿਲਣ ਲਈ ਇੱਕ ਸ਼ੁਭ ਗੁਣ ਮੰਨਿਆ ਜਾਂਦਾ ਹੈ। ਬ੍ਰਾਹਮਣ ਮਾਸ ਨਾ ਖਾਣ ਦੇ ਸ਼ੁਭ ਗੁਣ ਨੂੰ ਅਪਣਾ ਕੇ ਆਤਮਦਰਸ਼ੀ ਹੋਣ ਦਾ ਪਖੰਡ ਕਰਦੇ ਸਨ, ਤਾਂ ਜੋ ਲੋਕਾਈ ਉਹਨਾਂ ਦੀ ਪੂਜਾ ਕਰੇ। ਭਾਵੇਂ ਇਸ ਤੋਂ ਇਲਾਵਾ ਉਹ ਹੋਰ ਸਾਰੇ ਵਿਸ਼ੇ ਵਿਕਾਰਾਂ ਦੇ ਅਵਗੁਣ ਭੋਗਦੇ ਸਨ। ਆਓ ਇਸ ਸ਼ਬਦ ਨੂੰ ਅਧਿਆਤਮਕ ਦ੍ਰਿਸ਼ਟੀਕੋਣ ਦੇ ਨਾਲ ਹੋਰ ਗਹਿਰਾਈ ਦੇ ਵਿੱਚ ਵਿਚਾਰੀਏ। ਪਹਿਲਾਂ ਮਾਸੋਂ ਨਿਮਿਆ ਮਾਸੈ ਅੰਦਰ ਵਾਸ, ਜੀਉ ਪਾਏ ਮਾਸ ਮੋਹ ਮਿਲਿਆ ਹੱਡ ਚੰਮ ਤਨ ਮਾਸ। ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ, ਮੋਹ ਮਾਸੇ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ।
ਵੱਡਾ ਹੋਆ ਵਿਆਹਿਆ ਘਰ ਲੈ ਆਇਆ ਮਾਸ, ਮਾਸੋਂ ਹੀ ਮਾਸ ਉਪਜੈ ਮਾਸੋਂ ਸਭੇ ਸਾਕ। ਸਤਿਗੁਰ ਮਿਲੇ ਹੁਕਮ ਬੁਝੀਏ ਤਾਂ ਕੋ ਆਵੇ ਰਾਸ। ਆਪ ਛੁਟੈ ਨਹਿ ਛੂਟੀਐ ਨਾਨਕ ਬਚਨ ਬਿਨਾਸ। ਗੁਰੂ ਸਾਹਿਬ ਪੰਡਤਾਂ ਦੇ ਪਖੰਡੀ ਭਰਮ ਵੱਲ ਇਸ਼ਾਰਾ ਕਰਦੇ ਹੋਏ ਫਰਮਾਉਂਦੇ ਨੇ ਕਿ ਤੁਸੀਂ ਸਾਰੇ ਮਾਂ ਦੇ ਗਰਭ ਦੇ ਵਿੱਚ ਮਾਸ ਨਾਲ ਹੀ ਆਏ, ਮਾਸ ਨਾਲ ਹੀ ਪੈਦਾ ਹੋਏ, ਮਾਂ ਦੇ ਦੁੱਧ ਵੀ ਮਾਸ ਨਾਲ ਪੀਤਾ। ਤੁਹਾਡੇ ਸਾਰੇ ਸਰੀਰ ਦੀ ਬਣਤਰ ਵਿੱਚ ਵੀ ਮਾਸ ਹੈ। ਜਵਾਨੀ ਵਿੱਚ ਮਾਸ ਨੂੰ ਹੀ ਇਸਤਰੀ ਦੇ ਰੂਪ ਵਿੱਚ ਵਿਆਹ ਕੇ ਘਰ ਲਿਆਂਦਾ, ਫਿਰ ਮਾਸ ਬੱਚਿਆਂ ਦੇ ਰੂਪ ਦੇ ਵਿੱਚ ਪੈਦਾ ਹੋਇਆ ਤੇ ਸਾਰੇ ਸਾਕ ਸੰਬੰਧੀ ਵੀ ਮਾਸ ਤੋਂ ਹੀ ਹੋਏ। ਇਸ ਮਾਸ ਦੇ ਅਵਗੁਣ ਤੋਂ ਤਾਂ ਹੀ ਮੁਕਤੀ ਹੋ ਸਕਦੀ ਹੈ ਜੇ ਤੁਸੀਂ ਪੂਰੇ ਸਤਿਗੁਰੂ ਦਾ ਹੁਕਮ ਸਤ ਕਰ ਮੰਨੋ ਤੇ ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜੀ ਰਹੋ। ਆਪਣੀ ਹਉਮੈ ਤੇ ਸਿਆਣਪ ਦੇ ਜ਼ੋਰ ਦੇ ਨਾਲ ਪਖੰਡ ਕਰਮਾਂ ਦੀ ਚਰਚਾ ਦੇ ਨਾਲ ਮਾਸ ਦੇ ਅਵਗੁਣ ਤੋਂ ਬੰਦ ਖਲਾਸੀ ਨਹੀਂ ਹੁੰਦੀ। ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਮੈਂ ਪਾਪ ਸਮਾਣੇ। ਭਾਵ ਮਾਸ ਦੇ ਝਗੜੇ ਦੇ ਵਿੱਚ ਮੂਰਖ ਤੇ ਗਿਆਨੀ ਲੋਕ ਪੈਂਦੇ ਨੇ। ਜੋ ਆਤਮਦਰਸ਼ੀ ਤੇ ਬ੍ਰਹਮ ਗਿਆਨੀ ਹੁੰਦੇ ਨੇ ਉਹ ਦੁਨਿਆਵੀ ਰਸਾਂ ਕਸਾਂ ਤੋਂ ਉੱਪਰ ਉੱਠ ਕੇ ਨਿਰੰਕਾਰ ਦੇ ਦੇਸ਼ ਦੇ ਵਾਸੀ ਹੁੰਦੇ ਨੇ। ਉਹਨਾਂ ਲਈ ਮਾਸ ਅਤੇ ਸਾਗ ਦੇ ਵਿੱਚ ਕੋਈ ਭਰਮ ਭੇਦ ਨਹੀਂ, ਕਿਉਂਕਿ ਉਹ ਉਹਨਾਂ ਲਈ ਕੋਈ ਪਾਪ ਪੁੰਨ ਨਹੀਂ ਹੁੰਦਾ। ਉਹ ਇਹਨਾਂ ਸਾਰਿਆਂ ਤੋਂ ਨਿਰਲੇਪ ਹੁੰਦੇ ਨੇ। ਨਿਰਾਕਾਰ ਦੀ ਅਵਸਥਾ ਦੇ ਵਿੱਚ ਨਾ ਸਾਗ ਹੈ ਤੇ ਨਾ ਮਾਸ ਹੈ। ਬ੍ਰਹਮ ਗਿਆਨੀ ਲਈ ਦੋਵੇਂ ਵਸਤੂਆਂ ਇਕਸਾਰ ਨੇ, ਕਿਉਂਕਿ ਉੱਥੇ ਨਾ ਕੁਝ ਪਾਪ ਹੈ ਨਾ ਪੁੰਨ। ਬ੍ਰਹਮ ਗਿਆਨੀ ਤਾਂ ਸਾਰੇ ਰਸਾਂ ਕਸਾਂ ਤੋਂ ਨਿਰਲੇਪ ਹੁੰਦਾ ਹੈ। ਪਰੰਤੂ ਅਧਿਆਤਮਕ ਮਾਰਗ ਦੇ ਪਾਂਧੀ ਲਈ ਇਹ ਅਤੀ ਜ਼ਰੂਰੀ ਹੈ ਕਿ ਉਹ ਰਸਾਂ ਕਸਾਂ ਵਾਲੀਆਂ ਵਸਤੂਆਂ ਨੂੰ ਤਿਆਗੇ। ਮਾਸ ਇੱਕ ਅਜਿਹਾ ਰਸ ਹੈ ਜੋ ਵਿਸ਼ੇ ਵਿਕਾਰਾਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਆਤਮ ਮਾਰਗ ਦੇ ਪਾਂਧੀ ਲਈ ਬਵਰਜਿਤ ਹੈ। ਜੋ ਲੋਕ ਆਪ ਮਾਸ ਖਾਣਾ ਚਾਹੁੰਦੇ ਨੇ ਉਹ ਇਸ ਤੁਕ ਦਾ ਸਹਾਰਾ ਲੈਂਦੇ ਨੇ ਕਿ ਉਹਨਾਂ ਵਾਸਤੇ ਮਾਸ ਤੇ ਸਾਗ ਇੱਕ ਬਰਾਬਰ ਹੈ, ਜਿਵੇਂ ਕਿ ਬ੍ਰਹਮ ਗਿਆਨੀ ਦੀ ਅਵਸਥਾ ਦੇ ਵਿੱਚ ਪਹਿਲੇ ਹੀ ਪਹੁੰਚ ਚੁੱਕੇ ਹੋਣ। ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ। ਹੇ ਪੰਡਿਤ, ਤੁਹਾਡਾ ਪੁਰਾਣੇ ਸਮਿਆਂ ਦੇ ਵਿੱਚ ਮਾਸ ਖਾਣ ਨੂੰ ਚਿੱਤ ਕਰਦਾ ਸੀ ਤਾਂ ਤੁਸੀਂ ਲੁਕਾਈ ਦੀਆਂ ਅੱਖਾਂ ਵਿੱਚ ਧੂੜ ਪਾ ਦਿੱਤੀ ਕਿ ਗੈਂਡਾ ਮਾਰ ਕੇ ਹੋਮ ਜਗ ਕਰਨ ਦੇ ਨਾਲ ਦੇਵਤੇ ਪ੍ਰਸੰਨ ਹੁੰਦੇ ਨੇ। ਉਹ ਵੀ ਇੱਕ ਪਖੰਡ ਸੀ, ਕਿਉਂਕਿ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਈ ਥਾਵਾਂ ਤੇ ਤੀਰਥਾਂ ਤੇ ਕਰਮ ਕਾਂਡਾਂ ਤੇ ਜੱਗਾਂ ਦਾ ਖੰਡਨ ਵੀ ਕੀਤਾ ਹੈ। ਇਸੇ ਕਰਕੇ ਗੁਰੂ ਸਾਹਿਬ ਇਸ ਦੇ ਪਖੰਡ ਦੀ ਚੇਤਾਵਨੀ ਦੇ ਰਹੇ ਨੇ ਤੇ ਤੁਸੀਂ ਰਸਾਂ ਕਸਾਂ ਦੇ ਵਿੱਚ ਫਸ ਕੇ ਇਸ ਪਖੰਡ ਦੀ ਆੜ ਦੇ ਵਿੱਚ ਮਾਸ ਖਾਂਦੇ ਹੋ। ਤੇ ਅੱਗੇ ਫਰਮਾਉਂਦੇ ਨੇ ਸਤਿਗੁਰੂ ਜੀ, ਮਾਸ ਛੋੜ ਬੈਸ ਨਕ ਪਕੜੈ ਰਾਤੀ ਮਾਨਸ ਖਾਣੇ। ਫੜ ਕਰ ਲੋਕਾਂ ਨੂੰ ਦਿਖਲਾਵ ਹੈ ਗਿਆਨ ਧਿਆਨ ਨਹੀਂ ਸੂਝੇ। ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ। ਅੰਧਾ ਸੋਏ ਜੇ ਅੰਧ ਕਮਾਵੇ ਤਿਸ ਹਿਰਦੈ ਸੇ ਲੋਚਨ ਨਾਹੀ। ਮਾਤ ਪਿਤਾ ਕੀ ਰਖਤ ਨਿਪੰਨੇ ਮੱਛੀ ਮਾਸ ਨ ਖਾਹੀ। ਇਸਤਰੀ ਪੁਰਖੇ ਜਾਨ ਇਸ ਮੇਲਾ ਉਥੈ ਮੰਦ ਕਮਾਹੀ। ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸੈ ਕੇ ਭਾਂਡੇ। ਗਿਆਨ ਧਿਆਨ ਕਿਛ ਸੂਝੇ ਨਾਹੀ ਚਤਰ ਕਹਾਵੇਂ ਭਾਂਡੇ। ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ। ਜੀ ਜੰਤ ਸਭ ਮਾਸੋਂ ਹੋਏ ਜੀ ਲਿਆ ਵਾਸੇਰਾ। ਅਪਖ ਭਖੈ ਭਖ ਤਜ ਛੋਡ ਹੈ ਅੰਧ ਗੁਰੂ ਜਿਨ ਕੇਰਾ। ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸੈ ਕੇ ਭਾਂਡੇ। ਗਿਆਨ ਧਿਆਨ ਕਿਛ ਸੂਝੇ ਨਾਹੀ ਚਤਰ ਕਹਾਵੇਂ ਭਾਂਡੇ। ਤੁਸੀਂ ਮਾਸ ਤੋਂ ਨੱਕ ਮੂੰਹ ਵੱਟੀ ਜਾਂਦੇ ਹੋ, ਪਰੰਤੂ ਰਾਤ ਨੂੰ ਤੁਸੀਂ ਮਾਸ ਨਾਲ ਹੀ ਵਿਸ਼ੇ ਵਿਕਾਰ ਭੋਗਦੇ ਹੋ ਤੇ ਲੋਕਾਂ ਨੂੰ ਪਖੰਡ ਕਰਕੇ ਦੱਸਦੇ ਹੋ ਕਿ ਅਸੀਂ ਭਗਵਾਨ ਬਣ ਗਏ ਹਾਂ, ਪਰ ਤੁਸੀਂ ਪ੍ਰਭੂ ਦਾ ਗਿਆਨ ਬਿਲਕੁਲ ਨਹੀਂ ਜਾਣਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਅਗਿਆਨੀ ਨੂੰ ਕੀ ਸਮਝਾਇਆ ਜਾਵੇ, ਉਸ ਤੇ ਕੋਈ ਅਸਰ ਤਾਂ ਹੋਣਾ ਨਹੀਂ, ਕਿਉਂਕਿ ਉਹ ਇਸ ਆਤਮਿਕ ਗਿਆਨ ਦੀ ਰਮਜ ਨੂੰ ਨਹੀਂ ਸਮਝਦਾ। ਇੰਨਾ ਉਹ ਹੈ ਜੋ ਅਗਿਆਨਤਾ ਦੇ ਅੰਧੇਰੇ ਵਿੱਚ ਪਾਪ ਕਮਾਉਂਦਾ ਹੈ
ਤੇ ਉਹ ਹਿਰਦੇ ਵਿੱਚ ਗਿਆਨ ਨੂੰ ਸਮਝਣ ਵਾਲੀ ਦ੍ਰਿਸ਼ਟੀ ਨਹੀਂ ਰੱਖਦਾ। ਤੁਸੀਂ ਮਾਤ ਪਿਤਾ ਦੀ ਰਕਤ ਮਾਸ ਤੋਂ ਬਣੇ ਹੋ ਤੇ ਲੋਕਾਂ ਨੂੰ ਪਖੰਡ ਕਰਕੇ ਦੱਸਦੇ ਹੋ ਕਿ ਤੁਸੀਂ ਆਤਮਦਰਸ਼ੀ ਹੋ, ਕਿਉਂਕਿ ਤੁਸੀਂ ਮਾਸ ਮੱਛੀ ਨਹੀਂ ਖਾਂਦੇ। ਤੁਸੀਂ ਅੰਨੇ ਹੋ ਕੇ ਹੋਰ ਬਹੁਤ ਕੁਕਰਮ ਕਰਦੇ ਹੋ। ਜਿਸ ਤਰ੍ਹਾਂ ਰਾਤ ਨੂੰ ਇਸਤਰੀਆਂ ਨਾਲ ਮਾਸ ਦੇ ਜ਼ਰੀਏ ਹੀ ਵਿਚਾਰ ਕਰਦੇ ਹੋ। ਮਾਸ ਹੀ ਤਾਂ ਸਾਡਾ ਮੁੱਢ ਹੈ ਅਤੇ ਮਾਸ ਤੋਂ ਹੀ ਅਸੀਂ ਜੰਮੇ ਹਾਂ। ਇਸੇ ਕਰਕੇ ਸਾਰੇ ਸਰੀਰ ਰੂਪੀ ਭਾਂਡੇ ਮਾਸ ਦੇ ਹੀ ਹਨ। ਅਸਲੀ ਤੱਤ ਵਸਤੂ ਅਥਵਾ ਬ੍ਰਹਮ ਗਿਆਨ ਨੂੰ ਤਾਂ ਤੁਸੀਂ ਜਾਣਦੇ ਨਹੀਂ, ਪਰ ਆਪਣੇ ਆਪ ਨੂੰ ਬੜੇ ਚਤਰ ਵਿਦਵਾਨ ਪੰਡਿਤ ਅਖਵਾਉਂਦੇ ਹੋ। ਗੁਰੂ ਜੀ ਅੱਗੇ ਸਪਸ਼ਟ ਕਰਦੇ ਨੇ ਕਿ ਤੁਹਾਡੇ ਵਿੱਚ ਇਤਨੀ ਦਵੈਤ ਭਾਵ ਹੈ ਕਿ ਆਪਣੇ ਸਾਥੀਆਂ ਸੰਬੰਧੀਆਂ ਨੂੰ ਤਾਂ ਚੰਗਾ ਸਮਝਦੇ ਹੋ ਤੇ ਬਾਹਰ ਦੇ ਲੋਕਾਂ ਨੂੰ ਆਪਣਾ ਨਾ ਸਮਝ ਕੇ ਅਥਵਾ ਮੰਦਾ ਸਮਝ ਕੇ ਈਰਖਾ ਤੇ ਵਿਰੋਧ ਕਰਦੇ ਹੋ। ਸਾਰੇ ਜੀਅ ਜੰਤ ਮਾਸ ਤੋਂ ਹੀ ਪੈਦਾ ਹੋਏ ਹਨ ਤੇ ਸਾਰਿਆਂ ਵਿੱਚ ਇੱਕੋ ਹੀ ਆਤਮਾ ਹੈ। ਮਾਸ ਦੇ ਰਸ ਤੋਂ ਇਲਾਵਾ ਹੋਰ ਜਿਨ੍ਹਾਂ ਵਿਸ਼ੇ ਵਿਕਾਰਾਂ ਤੇ ਰਸਾਂ ਕਸਾਂ ਨੂੰ ਤਿਆਗਣਾ ਸੀ, ਉਹਨਾਂ ਵਿੱਚ ਤਾਂ ਗਰਸੇ ਰਹੇ ਅਤੇ ਜੋ ਆਤਮ ਮਾਰਗ ਦੇ ਸ਼ੁਭ ਗੁਣ ਗ੍ਰਹਿਣ ਕਰਨੇ ਸਨ, ਉਹ ਨਾ ਕੀਤੇ। ਇਹ ਉਹੀ ਲੋਕ ਕਰਦੇ ਨੇ ਜਿਨ੍ਹਾਂ ਦਾ ਆਗੂ ਅਥਵਾ ਗੁਰੂ ਅਗਿਆਨਤਾ ਦੇ ਹਨੇਰੇ ਵਿੱਚ ਪਿਆ ਅੰਨਾ ਹੁੰਦਾ ਹੈ ਤੇ ਉਹਨਾਂ ਨੂੰ ਸੱਚ ਦਾ ਮਾਰਗ ਨਹੀਂ ਦੱਸਦਾ। ਇਸ ਤਰ੍ਹਾਂ ਉਹ ਹੀ ਕਰਦੇ ਨੇ ਜੋ ਅਗਿਆਨੀਆਂ ਦੇ ਪਿੱਛੇ ਲੱਗ ਕੇ ਅਗਿਆਨਤਾ ਦੇ ਹਨੇਰੇ ਦੇ ਵਿੱਚ ਭਟਕਦੇ ਫਿਰਦੇ ਨੇ। ਮਾਸ ਹੀ ਸਾਡਾ ਮੂਲ ਹੈ, ਮਾਸ ਤੋਂ ਹੀ ਅਸੀਂ ਜੰਮੇ, ਸਾਡੇ ਸਾਰਿਆਂ ਦੇ ਸਰੀਰ ਮਾਸ ਹੀ ਹਨ। ਇਸ ਕਰਕੇ ਦੁਨਿਆਵੀ ਤੌਰ ਤੇ ਅਸੀਂ ਸਾਰੇ ਮਾਸ ਦੇ ਭਰਮਾਂ ਦੇ ਵਿੱਚ ਗੁਲਤਾਨ ਹੋਏ ਹਾਂ। ਹੇ ਪੰਡਤੋ, ਤੁਸੀਂ ਪ੍ਰਭੂ ਦਾ ਗਿਆਨ ਧਿਆਨ ਤਾਂ ਸਮਝਿਆ ਨਹੀਂ, ਅਥਵਾ ਅਸਲ ਦੇ ਵਿੱਚ ਤੁਸੀਂ ਬ੍ਰਹਮ ਗਿਆਨੀ ਤਾਂ ਬਣੇ ਹੀ ਨਹੀਂ, ਪਰ ਆਪਣੇ ਆਪ ਨੂੰ ਆਪਣੀ ਚਤੁਰਾਈ ਦੇ ਪਖੰਡ ਕਾਰਨ ਲੋਕਾਈ ਦੀਆਂ ਨਜ਼ਰਾਂ ਵਿੱਚ ਪ੍ਰਭੂ ਭਗਤ ਅਖਵਾਉਂਦੇ ਹੋ। ਮਾਸ ਪੁਰਾਣੀ ਮਾਸ ਕਤੇਬੀ, ਚੌਂ ਜੁਗ ਮਾਸ ਕਮਾਣਾ। ਕਿਉਂਕਿ ਤੁਸੀਂ ਮਾਸ ਖਾਣ ਤੇ ਰਸਾਂ ਕਸਾਂ ਦੀ ਕਮਜ਼ੋਰੀ ਦੇ ਵਿੱਚ ਗਲਤਾਨ ਸੀ, ਇਸ ਕਰਕੇ ਤੁਸੀਂ ਪੁਰਾਣੇ ਸਮਿਆਂ ਦੇ ਵਿੱਚ ਲੋਕਾਈ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਲਈ ਚਤੁਰਾਈ ਦੇ ਨਾਲ ਧਾਰਮਿਕ ਪੁਸਤਾਂ ਦੇ ਵਿੱਚ ਵੀ ਮਾਸ ਤੇ ਰਸਕਸ ਨੂੰ ਆਪਣੇ ਪਖੰਡ ਦੇ ਤੌਰ ਤੇ ਸ਼ੁਭ ਕਰਮ ਕਰਕੇ ਦਰਜ ਕਰ ਦਿੱਤਾ। ਇਸੇ ਤਰ੍ਹਾਂ ਮੁਸਲਮਾਨਾਂ ਦੀਆਂ ਧਰਮ ਕਿਤਾਬਾਂ ਦੇ ਵਿੱਚ ਵੀ ਮਾਸ ਦਾ ਜ਼ਿਕਰ ਆਇਆ ਹੈ, ਕਿਉਂਕਿ ਉੱਥੇ ਰੇਤਲੇ ਮੁਲਕਾਂ ਦੇ ਵਿੱਚ ਰੇਗਿਸਤਾਨ ਦੇ ਵਿੱਚ ਰਹਿੰਦੇ ਸਨ, ਜਿੱਥੇ ਖਾਣ ਦੇ ਲਈ ਹੋਰ ਕੁਝ ਨਹੀਂ ਸੀ ਮਿਲਦਾ। ਅੱਗੇ ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਜਿਹੜਾ ਹੈ ਲੇਖਕ ਦਿੰਦਾ ਹੈ, ਜੱਜ ਕਾਜ ਵਿਆਹ ਸੁਹਾਵੇ, ਉੱਥੇ ਮਾਸ ਸਮਾਣਾ, ਇਸਤਰੀ ਪੁਰਖ ਨਿਪਜੈ ਮਾਸੋਂ, ਪਾਤ ਸਾ ਸੁਲਤਾਨਾ। ਜੇ ਉਹ ਦਿਸੇ ਨਰਕ ਜਾਂਦੇ ਤਾਂ ਉਨ ਕਾ ਦਾਨ ਨਾ ਲੈਣਾ, ਦੇਂਦਾ ਨਰਕ ਸੁਰਗ ਲੈਂਦੇ, ਦੇਖੋ ਇਹੋ ਧਿਆਣਾ। ਆਪ ਨਾ ਬੁਝੈ ਲੋਕ ਬੁਝਾਏ, ਪਾਂਡੇ ਖਰਾ ਸਿਆਣਾ। ਪਾਂਡੇ ਤੂੰ ਜਾਣੇ ਹੀ ਨਾਹੀਂ, ਕਿੱਥੋਂ ਮਾਸ ਉਪੰਨਾ। ਤੋਇਓ ਅੰਨ ਕਪਾਹ, ਕਪਾਹਾਂ ਤੋਇਓ ਤ੍ਰਿਭਵਨ ਗੰਨਾ। ਤੋਆ ਆਖੈ ਬਹੁ ਵਿਦ ਹੱਛਾ, ਤੋਏ ਬਹੁਤ ਵਿਕਾਰਾ। ਭਾਵ ਤੁਸੀਂ ਬੜੀ ਚਤੁਰਾਈ ਦੇ ਨਾਲ ਮਾਸ ਵਰਗੀ ਨਖਿੱਧ ਵਸਤੀ ਨੂੰ ਲੋਕਾਈ ਦੇ ਵਿੱਚ ਪਵਿੱਤਰ ਦੱਸ ਕੇ ਜੱਗਾਂ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਇਸ ਦਾ ਸੇਵਨ ਕਰਦੇ ਰਹੇ ਹੋ। ਸਾਰੇ ਇਸਤਰੀ ਪੁਰਸ਼ ਰਾਜੇ ਮਹਾਰਾਜੇ ਮਾਸ ਤੋਂ ਹੀ ਬਣੇ ਨੇ। ਜੇ ਉਹ ਮਾਸ ਖਾਣ ਦੇ ਵਿਸ਼ੇ ਵਿਕਾਰਾਂ ਦੇ ਅਧੀਨ ਨਰਕਾਂ ਨੂੰ ਚਲੇ ਜਾਂਦੇ ਨੇ, ਤਾਂ ਤੁਸੀਂ ਉਹਨਾਂ ਦਾ ਦਾਨ ਲੈ ਕੇ ਸਵਰਗਾਂ ਨੂੰ ਕਿਵੇਂ ਜਾਓਗੇ? ਹੇ ਪੰਡਿਤ, ਤੂੰ ਇਹ ਨਹੀਂ ਜਾਣਦਾ ਕਿ ਮਾਸ ਕਿੱਥੋਂ ਪੈਦਾ ਹੋਇਆ ਹੈ। ਪਾਣੀ ਤੋਂ ਅੰਨ, ਗੰਨਾ ਤੇ ਕਪਾਹ ਉਪਜੇ ਅਤੇ ਇਸ ਤੋਂ ਹੀ ਮਾਸ ਦੇ ਸਾਰੇ ਜੀਅ ਜੰਤ ਤਿੰਨ ਲੋਕਾਂ ਦੇ ਵਿੱਚ ਹੋਏ। ਜੇ ਪਾਣੀ ਘਮੰਡ ਕਰੇ ਕਿ ਮੈਂ ਸਾਰਿਆਂ ਨੂੰ ਪੈਦਾ ਕੀਤਾ ਹੈ, ਇਸ ਲਈ ਮੈਂ ਬਹੁਤ ਅੱਛਾ ਹਾਂ, ਤਾਂ ਇਹ ਉਸ ਦੀ ਭੁੱਲ ਹੈ, ਕਿਉਂਕਿ ਹਉਮੈ ਦੇ ਅਧੀਨ ਵਿਕਾਰੀ ਹੋਇਆ ਬੈਠਾ ਹੈ। ਅਸਲ ਦੇ ਵਿੱਚ ਜੋ ਵੀ ਜੀਅ ਜੰਤ ਤੇ ਬਨਸਪਤ ਪੈਦਾ ਹੋਈ ਹੈ, ਉਹ ਅਕਾਲ ਪੁਰਖ ਦੀ ਰਜ਼ਾ ਤੇ ਹੁਕਮ ਦੇ ਵਿੱਚ ਹੋਈ ਹੈ। ਇਸ ਕਰਕੇ ਗੁਰੂ ਸਾਹਿਬ ਫਰਮਾਉਂਦੇ ਨੇ, ਹੇ ਪ੍ਰੇਮੀ ਪੰਡਿਤ ਜਨੋ,
ਜੇਕਰ ਤੁਸੀਂ ਇਹ ਸਾਰੇ ਰਸਾਂ ਕਸਾਂ ਤੇ ਵਿਸ਼ੇ ਵਿਕਾਰਾਂ ਨੂੰ ਛੱਡੋਗੇ ਤਾਂ ਹੀ ਤੁਸੀਂ ਸੰਨਿਆਸੀ ਅਥਵਾ ਆਤਮਦਰਸ਼ੀ ਬਣ ਸਕਦੇ ਹੋ। ਇਹ ਤੇ ਰਸ ਛੋੜ ਹੋਵੇ ਸੰਨਿਆਸੀ, ਨਾਨਕ ਕਹੇ ਵਿਚਾਰਾ। ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 1290 ਤੇ। ਅਖੀਰਲੀ ਤੁਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੇ ਇਸ ਉੱਪਰਲੇ ਸ਼ਬਦ ਦੇ ਗਿਆਨ ਦਾ ਨਿਚੋੜ ਦਰਸਾਉਂਦੇ ਨੇ ਕਿ ਹੇ ਭਗਤ ਜਨੋ, ਕੇਵਲ ਇੱਕ ਮਾਸ ਨਾ ਖਾਣ ਦੇ ਰਸ ਨੂੰ, ਜੋ ਆਤਮਿਕ ਮਾਰਗ ਤੇ ਚੱਲਣ ਦਾ ਇੱਕ ਸ਼ੁਭ ਗੁਣ ਹੈ, ਅਪਣਾ ਕੇ ਬਾਕੀ ਦੇ ਹੋਰ ਸਾਰੇ ਵਿਸ਼ੇ ਵਿਕਾਰਾਂ ਦੇ ਰਸ ਨੂੰ ਭੋਗਦੇ ਰਹੋ ਤਾਂ ਤੁਸੀਂ ਪ੍ਰਭੂ ਦੀ ਖੁਸ਼ੀ ਨਹੀਂ ਲੈ ਸਕੋਗੇ। ਤੁਸੀਂ ਤਾਂ ਸੰਨਿਆਸੀ ਅਥਵਾ ਬ੍ਰਹਮ ਗਿਆਨੀ ਤਾਂ ਹੀ ਹੋ ਸਕਦੇ ਹੋ ਜੇ ਸਾਰੇ ਰਸ ਕਸ ਤਿਆਗ ਕੇ ਪ੍ਰਭੂ ਦਾ ਨਾਮ ਜਪੋ। ਗੁਰੂ ਸਾਹਿਬ ਦੇ ਸ਼ਬਦ ਦੇ ਵਿੱਚ ਕਿਧਰੇ ਵੀ ਮਾਸ ਖਾਣ ਦੀ ਆਗਿਆ ਨਹੀਂ ਦਿੱਤੀ ਗਈ, ਬਲਕਿ ਅਧਿਆਤਮਕ ਮਾਰਗ ਤੇ ਪਾਂਧੀ ਲਈ ਰੁਕਾਵਟ ਪਾਉਣ ਵਾਲਾ ਰਸ ਕਸ ਦੱਸਿਆ ਗਿਆ ਹੈ ਤੇ ਪੰਡਤਾਂ ਦਾ ਹਉਮੈ, ਹੰਕਾਰ ਤੇ ਪਖੰਡ ਦੂਰ ਕਰਕੇ ਸੱਚ ਦੇ ਮਾਰਗ ਦਾ ਉਪਦੇਸ਼ ਦਿੱਤਾ ਗਿਆ ਹੈ। ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਨਾਨੂ ਪੰਡਤ ਤੇ ਉਸ ਦੇ ਸਾਰੇ ਸਾਥੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਸੁਣ ਕੇ ਆਪਣੀ ਹਉਮੈ ਹੰਕਾਰ ਨੂੰ ਤਿਆਗ ਕੇ ਉਹਨਾਂ ਦੇ ਚਰਨਾਂ ਤੇ ਢਹਿ ਪਏ ਅਤੇ ਪ੍ਰਭੂ ਮਾਰਗ ਤੇ ਚੱਲਣ ਦੀ ਬਖਸ਼ਿਸ਼ ਦੀ ਪ੍ਰਾਰਥਨਾ ਕੀਤੀ। ਬੜੀ ਹੀ ਅਧੀਨਗੀ ਤੇ ਨਿਮਰਤਾ ਸਹਿਤ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ, ਆਪ ਜੀ ਦੀ ਸ਼ਰਨ ਵਿੱਚ ਜੋ ਪਕਵਾਨ ਪੱਕ ਰਿਹਾ ਹੈ ਉਸ ਦਾ ਪ੍ਰਸਾਦ ਸਾਨੂੰ ਵੀ ਦੇ ਕੇ ਕਿਰਤਾਰਥ ਕਰੋ, ਤਾਂ ਜੋ ਸਾਡੀ ਬੁੱਧੀ ਵੀ ਆਤਮਦਰਸ਼ੀ ਬਣ ਸਕੇ। ਅਕਾਲ ਪੁਰਖ ਦਾ ਕੌਤਕ ਅਜਿਹਾ ਵਰਤਿਆ ਕਿ ਜਦੋਂ ਉਹਨਾਂ ਨੇ ਭਾਂਡੇ ਦਾ ਢੱਕਣ ਚੁੱਕ ਕੇ ਵਰਤਾਉਣ ਲੱਗੇ ਤਾਂ ਸਾਰਿਆਂ ਨੂੰ ਉਹ ਖੀਰ ਦਾ ਪ੍ਰਸ਼ਾਦ ਦਿਸਿਆ। ਜਦੋਂ ਹਉਮੈਹੀਣ ਭਾਵਨਾਵਾਂ ਪ੍ਰਭੂ ਪ੍ਰੇਮ ਦੇ ਵਿੱਚ ਅਧਿਆਤਮਕ ਦ੍ਰਿਸ਼ਟੀਕੋਣ 'ਚ ਹੁੰਦੀਆਂ ਹਨ ਤਾਂ ਉਹੀ ਮਾਸ ਪ੍ਰਭੂ ਉਹਨਾਂ ਦੇ ਲਈ ਖੀਰ ਦਰਸਾਉਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਕੋਈ ਕਰਾਮਾਤ ਨਹੀਂ ਸੀ ਕੀਤੀ, ਇਹ ਤਾਂ ਅਕਾਲ ਪੁਰਖ ਨੇ ਪੰਡਤਾਂ ਦਾ ਭਰੋਸਾ ਬੰਨ੍ਹਣ ਲਈ ਦਰਸਾਇਆ ਕਿ ਜਿਸ ਤਰ੍ਹਾਂ ਮਾਸ ਤੇ ਖੀਰ ਦੇ ਵਿੱਚ ਕੋਈ ਅੰਤਰ ਨਹੀਂ ਦੱਸਿਆ, ਉਸੇ ਤਰ੍ਹਾਂ ਸਮਦਰਸ਼ੀ ਹੋਣ ਦੇ ਨਾਲ ਮਾਸ ਤੇ ਸਾਗ ਦੇ ਵਿੱਚ ਕੋਈ ਫਰਕ ਨਹੀਂ ਦਿਸਦਾ। ਕੁਦਰਤ ਵਿੱਚ ਮੈਟਰ ਦੀ ਕਨਵਰਸ਼ਨ ਹੁੰਦੀ ਰਹਿੰਦੀ ਹੈ। ਅੱਜ ਕੱਲ੍ਹ ਦੇ ਆਟਮ ਤੇ ਮੋਲੀਕਿਊਲ ਦੇ ਹੇਰ-ਫੇਰ ਨਾਲ ਮੈਟਰ ਦੀ ਕਨਵਰਸ਼ਨ ਹੁੰਦੀ ਰਹਿੰਦੀ ਹੈ। ਇਹ ਕੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਰਾਮਾਤ ਨਹੀਂ ਸੀ, ਬਲਕਿ ਸੁਤੇ ਸਿੱਧ ਹੀ ਲੋਕਾਈ ਨੂੰ ਸੱਚ ਦੇ ਮਾਰਗ ਤੇ ਪਾਉਣ ਦੇ ਲਈ ਪ੍ਰਮਾਤਮਾ ਐਸੇ ਕੌਤਕ ਵਰਤਾ ਦਿੰਦਾ ਹੈ। ਅਕਾਲ ਪੁਰਖ ਹਮੇਸ਼ਾ ਤੋਂ ਹੀ ਇਸ ਤਰ੍ਹਾਂ ਦੇ ਕੌਤਕ ਗੁਰੂਆਂ, ਅਵਤਾਰਾਂ, ਪੈਗੰਬਰਾਂ, ਸੰਤਾਂ, ਭਗਤਾਂ, ਮਹਾਂਪੁਰਖਾਂ ਤੇ ਮਹਾਂਪੁਰਸ਼ਾਂ ਦੀ ਵਡਿਆਈ ਦੇ ਸੰਬੰਧ ਵਿੱਚ ਵਰਤਾ ਕੇ ਸੱਚ ਦੇ ਮਾਰਗ ਨੂੰ ਉੱਚਾ ਦਰਸਾਉਂਦਾ ਰਿਹਾ ਹੈ। ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 652। ਇਸੇ ਪਰਥਾਏ ਗੁਰਬਾਣੀ ਦੇ ਵਿੱਚ ਕਈ ਪ੍ਰਮਾਣ ਮਿਲਦੇ ਨੇ ਜਿੱਥੇ ਅਕਾਲ ਪੁਰਖ ਨੇ ਨਾਮਦੇਵ ਜੀ ਲਈ ਦੇਹਰਾ ਫੇਰ ਦਿੱਤਾ ਤੇ ਗਊ ਜੀਂਦੀ ਕਰ ਦਿੱਤੀ। ਕਬੀਰ ਜੀ ਨੂੰ ਦਰਿਆ ਦੇ ਪਾਣੀ ਤੋਂ ਤੇ ਹਾਥੀ ਤੋਂ ਬਚਾਇਆ। ਪ੍ਰਹਲਾਦ ਨੂੰ ਜਲ ਤੇ ਅਗਨ ਤੋਂ ਬਚਾ ਕੇ ਦੁਸ਼ਟ ਹਰਨਾਕਸ਼ ਨੂੰ ਮਾਰਿਆ। ਸੈਣ ਨਾਈ ਦਾ ਰੂਪ ਧਾਰ ਕੇ ਰਾਜੇ ਦੀ ਟਹਿਲ ਸੇਵਾ ਕੀਤੀ। ਯਾਦ ਸੋ ਇਹ ਤਾਂ ਸੀ ਬਹੁਤ ਜਾਣਕਾਰੀ ਭਰਪੂਰ ਜਿਹੜਾ ਹੈ ਲੇਖ, ਜਿਹੜਾ ਕਿ ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਦੇ ਸਿੱਖ ਸਿਧਾਂਤ ਕਿਤਾਬ ਦੇ ਵਿੱਚੋਂ ਅਸੀਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਤੇ ਉਹਦਾ ਜਿਹੜਾ ਸਾਰ ਹੈ, ਜਿਹੜਾ ਨਤੀਜਾ ਹੈ ਉਹ ਇਹ ਹੈ ਕਿ ਜਿਹੜੇ ਸ਼ਬਦ ਨੇ ਆਮ ਤੌਰ ਦੇ ਉੱਤੇ ਇਸ ਤਰ੍ਹਾਂ ਲੱਗਦੇ ਨੇ ਕਿ ਸ਼ਾਇਦ ਗੁਰੂ ਸਾਹਿਬ ਜਿਹੜੇ ਹੈ ਮਾਸ ਖਾਣ ਦੇ ਪੱਖ ਦੇ ਵਿੱਚ ਜਿਹੜੇ ਬਚਨ, ਜਿਹੜੀ ਬਾਣੀ ਦੇ ਇਹ ਸ਼ਬਦ ਉਚਾਰ ਰਹੇ ਨੇ, ਉਹਦੇ ਵਿੱਚ ਖਾਸ ਗੱਲ ਇਹ ਕਿ ਉਹਨਾਂ ਬ੍ਰਾਹਮਣਾਂ ਨੂੰ ਉਪਦੇਸ਼ ਦੇਣ ਦੇ ਲਈ ਕਿ ਇਹ ਸਮਝਣਾ ਕਿ ਮੈਂ ਮਾਸ ਨਹੀਂ ਖਾਂਦਾ ਤੇ ਇਸ ਕਰਕੇ ਮੈਂ ਬਹੁਤ ਵੱਡਾ ਬ੍ਰਹਮ ਗਿਆਨੀ ਬਣ ਗਿਆ, ਜਦ ਕਿ ਬਾਕੀ ਦੇ ਸਾਰੇ ਜਿੰਨੇ ਵੀ ਕੁਕਰਮ ਨੇ ਜਾਂ ਜੋ ਮਾੜੀਆਂ ਗੱਲਾਂ ਨੇ ਉਹ ਕਰਦਾ ਹੋਏ ਤਾਂ ਉਹ ਉਸ ਅਵਸਥਾ ਤੇ ਨਹੀਂ ਪਹੁੰਚ ਸਕਦਾ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ।
मेरा पिता, तू है मेरा माता। तू मेरा बंधप, तू मेरा प्राता। तू मेरा पिता, तू है मेरा माता। तू मेरा बंधप, तू मेरा प्राता। तू मेरा राखा सबनी थाई, तापो के हाकाड़ा जियो। तू मेरा पिता, तू है मेरा माता। तू मेरा बंधप, तू मेरा प्राता। तुमरी कृपा ते खुद पछाना। तू मेरी ओट, तू है मेरा माणा। तुमरी कृपा ते खुद पछाना। तू मेरी ओट, तू है मेरा माणा। तुद बिन दूजा अवर ना कोई, सब तेरा खेले अखाड़ा जियो। तू मेरा पिता, तू है मेरा माता। तू मेरा बंधप, तू मेरा प्राता। तू मेरा पिता, तू है मेरा माता। तू मेरा बंधप, तू मेरा प्राता। जी जंत सब तो देओ पाए, जित जित भाणा तित तित लाए। जी जंत सब तो देओ पाए, जित जित भाणा तित तित लाए। सब किछ कीता तेरा होवे, नहीं किछ आसाड़ा जियो। तू मेरा पिता, तू है मेरा माता। तू मेरा बंधप, तू मेरा प्राता। तू मेरा पिता, तू है मेरा माता। तू मेरा बंधप, तू मेरा प्राता। नाम तेहाए मां सुख पाया, हर गुण गाए मेरा मन शीतलाया। नाम तेहाए मां सुख पाया, हर गुण गाए मेरा मन शीतलाया। गुरपुरे वजीवाधाई, नानक जिता वेखाड़ा जियो। तू मेरा पिता, तू है मेरा माता। तू मेरा बंधप, तू मेरा प्राता। तू मेरा पिता, तू है मेरा माता। तू मेरा बंधप, तू मेरा प्राता। तू मेरा राख
रखा सबनी थाई तापो के हाथाड़ा जियो तू मेरा पिता तू है मेरा माता तू मेरा बंदप तू मेरा प्राता तू मेरा पिता तू है मेरा माता तू मेरा बंदप तू मेरा प्राता। ਹਾਂਜੀ, ਇਹ ਸਨ ਭਾਈ ਗੋਪਾਲ ਸਿੰਘ ਜੀ ਰਾਗੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ ਤੇ ਪ੍ਰੋਗਰਾਮ ਦਾ ਸਮਾਂ ਖਤਮ ਹੋਣ ਨੂੰ ਹੈ ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਐਤਵਾਰ ਫਿਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਤੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਤੇ ਹੁਣ ਇਜਾਜ਼ਤ ਦੇਵੋ ਤੇ ਅਗਲੇ ਸ਼ਬਦ ਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। कोई बोले राम राम, कोई खुदाए। कारण करन करीम, कृपा तार रहीम, कृपा तार रहीम। कोई बोले राम राम, कोई खुदाए, कोई सेवे गोसैया, कोई अलाए। कोई बोले राम राम, कोई खुदाए, कोई सेवे गोसैया, कोई अलाए। कोई बोले राम राम, कोई खुदाए। कोई पढ़े वेद, कोई कतेब, कोई ओढ़े नील, कोई सफेद। कोई पढ़े वेद, कोई कतेब, कोई ओढ़े नील, कोई सफेद। कोई करे पूजा, कोई करे पूजा, कोई सिर नवाए, कोई सिर नवाए। कोई बोले राम राम, कोई खुदाए। कोई कहे तुर्क, कोई कहे हिंदू, कोई बाछे बिस्त, कोई सुरगिंदू। कोई नावे तीरथ, कोई नावे तीरथ, कोई हज जाए, कोई हज जाए। कोई बोले राम राम, कोई खुदाए, कोई सेवे गोसैया, कोई अलाए। कोई बोले राम राम, कोई खुदाए। कहो नानक जिन हुक्म पछाता, प्रभु साहिब का तिन पेद जाता। प्रभु साहिब